ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਤੇ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਅਸਥਾਨ ਤੋਂ ਸਰਵਣ ਕਰਦੀਆਂ ਹੋ। ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝ ਹੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਮਿਲ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਇਕ ਓੰਕਾਰ ਸਤ ਗੁਰ ਪ੍ਰਸਾਦ। ਗੁਰਮੁਖਾ ਹਰ ਧਨ ਖਟਿਆ। ਗੁਰ ਕੈ ਸ਼ਬਦ ਵਿਚਾਰ। ਨਾਮ ਪਦਾਰਥ ਪਾਇਆ। ਅਤੁੱਟ ਭਰੇ ਭੰਡਾਰ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਲੋਕ ਰੂਪ ਦੇ ਅੰਦਰ ਸ਼ਲੋਕ ਵਾਰਾਂ ਤੇ ਵਧੀਕ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1414 ਦੇ ਉੱਪਰ ਸੁਭਾਈਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਤੋਂ ਪਹਿਲਾਂ ਸ਼ਲੋਕਾਂ ਤੱਕ ਦੀ ਵਿਚਾਰ ਆਪ ਸੰਗਤਾਂ ਪਿਛਲੇਰੇ ਦੀਵਾਨਾਂ ਤੱਕ ਸਰਵਣ ਕਰ ਚੁੱਕੀਆਂ ਹੋ। ਅਗਲੇਰੇ ਸ਼ਲੋਕਾਂ ਦਾ ਪਾਠ ਅੱਜ ਆਪ ਸੰਗਤ ਨੇ ਸਰਵਣ ਕੀਤਾ ਹੈ। ਸਤਿਗੁਰੂ ਜੀ ਨੇ ਅੱਜ ਜੋ ਬਾਤ ਸਾਡੇ ਸਾਹਮਣੇ ਸਿੱਖਿਆ ਰੂਪ ਵਜੋਂ ਰੱਖੀ ਹੈ, ਉਹਨਾਂ ਅੰਦਰ ਗੁਰੂ ਸਾਹਿਬ ਜੀ ਨੇ ਰੱਬੀ ਪਿਆਰਿਆਂ ਦੀ ਗੱਲ ਕੀਤੀ। ਉਹ ਰੱਬੀ ਪਿਆਰੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ ਧਨ ਤੇ ਖਟਿਆ, ਪਰ ਧਨ ਉਹ ਖਟਿਆ ਜਿਸ ਧਨ ਨੇ ਰੱਬ ਦੇ ਦਰ ਉੱਤੇ ਪ੍ਰਵਾਨਗੀ ਦਿਵਾਉਣੀ।
ਜਿਸ ਵਕਤ ਗੁਰਬਾਣੀ ਨੂੰ ਪੜ੍ਹਦੇ ਆ ਨਾ, ਤੇ ਗੁਰਬਾਣੀ ਦੇ ਅੰਦਰ ਧਨ ਲਫ਼ਜ਼ ਜਿਹੜਾ ਹੈ ਉਹ 3 ਅਰਥਾਂ ਵਿੱਚ ਆਉਂਦਾ। ਇੱਕ ਧਨ ਦਾ ਅਰਥ ਜਿਹੜਾ ਧਨਤਾ ਦਾ ਪਾਤਰ ਹੈ, ਇੱਕ ਧਨ ਦਾ ਅਰਥ ਇਸਤਰੀ ਵਾਸਤੇ ਵੀ ਵਰਤਿਆ ਗਿਆ, ਤੇ ਇੱਕ ਧਨ ਦਾ ਅਰਥ ਜਿਹੜਾ ਉਹ ਦੌਲਤ ਵਾਸਤੇ ਵਰਤਿਆ ਜਾਂਦਾ। ਹੁਣ ਅੱਜ ਮਾਲਕ ਜੀ ਨੇ ਜ਼ਿਕਰ ਕੀਤਾ, ਕਹਿੰਦੇ ਜਿਹੜੇ ਗੁਰਮੁਖ ਜਨ ਨੇ ਉਹਨਾਂ ਨੇ ਧਨ ਖੱਟਿਆ। ਜਦੋਂ ਧਨ ਦੀ ਬਾਤ ਆਉਂਦੀ ਹੈ ਤੇ ਸੁਭਾਵਿਕ ਜਿਹੀ ਗੱਲ ਹੈ, ਸਾਡੇ ਦਿਮਾਗ ਦੇ ਅੰਦਰ ਜਿਹੜਾ ਇੱਕ ਵਿਚਾਰ ਪਨਪਦੀ ਹੈ ਜਾਂ ਵਿਚਾਰ ਬਣਦੀ ਹੈ ਜਾਂ ਇੱਕ ਆਕਾਰ ਬਣਦਾ, ਉਹ ਸਿੱਧੇ ਤੌਰ ਦੇ ਉੱਤੇ ਦੌਲਤ ਵਾਲੇ ਪਾਸੇ ਚਲਾ ਜਾਂਦਾ ਹੈ। ਕਿਉਂਕਿ ਅੱਜ ਦਾ ਹਰ ਇਨਸਾਨ ਧਨ ਖੱਟਣ ਵਾਲੇ ਪਾਸੇ ਹੋ ਚੁੱਕਿਆ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਅਸੀਂ ਕੋਈ ਵੀ ਕਾਰ ਕਰਨ ਲੱਗਦੇ ਆ ਨਾ ਕਿਸੇ ਵੀ ਪ੍ਰਕਾਰ ਦੀ, ਤੇ ਪਹਿਲੋਂ ਇਹ ਸੋਚ ਕੇ ਕਰਦੇ ਆ ਵੀ ਇਹਦੇ 'ਚੋਂ ਪ੍ਰੋਫਿਟ ਕੀ ਹੈ। ਹਰ ਤਰ੍ਹਾਂ ਦੀ ਕਾਰ, ਔਰ ਖਿਮਾ ਕਰਿਓ ਮੈਂ ਇਹ ਲਫ਼ਜ਼ ਵਰਤਣ ਲੱਗਿਆ, ਅਸੀਂ ਧਰਮ ਕਮਾਉਣ ਲੱਗਿਆ ਵੀ ਇਹ ਸੋਚ ਕੇ ਧਰਮ ਕਮਾਇਆ ਵੀ ਜੇ ਮੈਂ ਇਹ ਧਰਮ ਕਮਾਉਣਾ ਤੇ ਮੈਨੂੰ ਪ੍ਰੋਫਿਟ ਕੀ ਹੈ, ਮੈਨੂੰ ਵਾਧਾ ਕੀ ਹੈ। ਜਾਂ ਮੈਂ ਕੋਈ ਭਲੇ ਦਾ ਕੰਮ ਕਰਦਾ ਤੇ ਉਸ ਭਲੇ ਦਾ ਕੰਮ ਕਰਨ ਲੱਗਿਆ ਮੈਨੂੰ ਲਾਭ ਕੀ ਹੋਏਗਾ। ਇਨਸਾਨੀ ਫਿਤਰਤ, ਇਨਸਾਨੀ ਸੋਚ ਇੰਨੀ ਕੁ ਜ਼ਿਆਦਾ ਡਿੱਗ ਚੁੱਕੀ ਹੈ ਅੱਜ ਦੇ ਸਮੇਂ ਅੰਦਰ ਕਿ ਕਿਸੇ ਦਾ ਭਲਾ ਕਰਨ ਲੱਗਿਆ ਵੀ ਨਾ ਇਹ ਪਹਿਲੋਂ ਆਪਣੇ ਮਨ ਵਿੱਚ ਇੱਕ ਵਿਚਾਰ ਕਰਦਾ ਵੀ ਜੇ ਮੈਂ ਇਹਦਾ ਭਲਾ ਕਰਦਾ ਤੇ ਬਦਲੇ ਵਿੱਚ ਮੈਨੂੰ ਕੀ ਮਿਲ ਰਿਹਾ ਹੈ। ਇਨਸਾਨੀ ਫਿਤਰਤ ਬਣ ਚੁੱਕੀ ਹੈ। ਹੁਣ ਸਤਿਗੁਰੂ ਕਹਿੰਦੇ ਜਿਹੜੇ ਗੁਰਮੁਖ ਜਨ ਨੇ ਨਾ, ਉਹਨਾਂ ਨੇ ਧਨ ਖੱਟਿਆ, ਪਰ ਉਹਨਾਂ ਨੇ ਧਨ ਉਹ ਖੱਟਿਆ ਜਿਹੜਾ ਧਨ ਸਤਿਗੁਰੂ ਜੀ ਬਾਣੀ 'ਚ ਲਫ਼ਜ਼ ਵਰਤਦੇ, ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਇੱਕ ਧਨ ਦੇ ਪ੍ਰਤੀ ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਕਹਿੰਦੇ ਕਾਚਾ ਧਨ ਸੰਚੈ ਮੂਰਖ ਗਵਾਰ, ਮਨ ਮੁਖ ਭੂਲੇ ਅੰਧ ਗਵਾਰ, ਵਿਖਿਆ ਕੈ ਧਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਹੁਣ ਇੱਥੇ ਗੱਲ ਗੁਰਮੁਖਾਂ ਦੀ ਹੈ, ਜਿਹੜਾ ਉਹ ਧਨ ਜ਼ਿਕਰ ਕਰ ਰਹੇ, ਕਹਿੰਦੇ ਕਾਚਾ ਧਨ ਸੰਚੈ ਮੂਰਖ ਗਵਾਰ। ਮੂਰਖ ਤੇ ਗਵਾਰ ਲੋਕ ਜਿਹੜੇ ਉਹ ਧਨ ਇਕੱਠਾ ਕਰਦੇ। ਕਿ ਧਨ ਕਿਹੜਾ ਕੱਚਾ, ਮਨਮੁਖ ਭੂਲੇ ਅੰਧ ਗਵਾਰ, ਉਹ ਮਨ ਪਿੱਛੇ ਲੱਗ ਕੇ ਚੱਲਣ ਵਾਲੇ ਅੰਨੇ ਹੋਏ ਗਵਾਰਾਂ ਵਾਲੀ ਜ਼ਿੰਦਗੀ ਜਿਉਂਦੇ ਨੇ। ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਤੇ ਜਿਹੜਾ ਧਨ ਉਹ ਖੱਟ ਰਹੇ ਨੇ ਉਸ ਧਨ ਵਿੱਚੋਂ ਕਦੇ ਸੁੱਖ ਨਹੀਂ ਉਪਜਿਆ, ਉਸ ਧਨ ਚੋਂ ਸਦਾ ਦੁੱਖ ਹੋਏ। ਤੇ ਉਹ ਧਨ ਐਸਾ ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਹਮੇਸ਼ਾ ਇਨਸਾਨ ਉਦੋਂ ਬੜਾ ਦੁਖੀ ਹੋ ਜਾਂਦਾ ਜਦੋਂ ਉਹਨੂੰ ਇਹ ਪਤਾ ਲੱਗੇ ਵੀ ਧਨ ਤੇ ਮੈਂ ਖੱਟਿਆ ਸੀ ਪਰ ਮੈਨੂੰ ਮਿਲਣਾ ਕੋਈ ਨਹੀਂ। ਕੁਰਲਾ ਉੱਠਦਾ ਇਨਸਾਨ। ਹੁਣ ਜੇ ਕੋਈ ਬੰਦਾ ਸਾਰਾ ਦਿਨ ਮਿਹਨਤ ਕਰੇ, ਉਹ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਮਿਹਨਤ ਕਰਦਾ, ਇੱਕ ਆਸ ਲੈ ਕੇ ਕਰਦਾ ਵੀ ਸ਼ਾਮ ਪੈਂਦੀ ਨੂੰ ਮੈਨੂੰ ਧਨ ਮਿਲ ਜਾਣਾ, ਤੇ ਜਦੋਂ ਸ਼ਾਮਾਂ ਨੂੰ ਧਨ ਦੀ ਵਾਰੀ ਆਏ ਤੇ ਉਦੋਂ ਮਾਲਕ ਦੇਣ ਵਾਲਾ ਕਹਿ ਦੇ ਵੀ ਸੱਜਣਾ ਧਨ ਕੋਈ ਨਹੀਂ ਮਿਲਣਾ, ਜਾ ਚਲਾ ਜਾ ਜਿਵੇਂ ਮਰਜ਼ੀ ਕਰ ਲਾ, ਪਰ ਮੈਂ ਤੈਨੂੰ ਅੱਜ ਆਪਣੇ ਕੋਲੋਂ 1 ਰੁਪਈਆ ਨਹੀਂ ਦੇਣਾ। ਤੇ ਉਹ ਇਨਸਾਨ ਦੇ ਹਾਲਾਤ ਕੀ ਬਣਦੇ? ਉਹਦਾ ਮਨ ਬੇਚੈਨ, ਪਰੇਸ਼ਾਨ, ਬੜੀ ਜ਼ਿਆਦਾ ਚਿੰਤਾ ਵਿੱਚ ਬੈਠਾ, ਅਪਸ਼ਬਦਾਵਲੀ ਤੱਕ ਵਰਤਣ ਲੱਗ ਜਾਂਦਾ ਹੈ। ਬਹੁਤ ਕੁਝ ਆਪਣੀ ਰਸਨਾ, ਆਪਣੀ ਜ਼ੁਬਾਨ ਤੋਂ ਫਿਰ ਉਹ ਬੋਲਦਾ ਕਿ ਸਿਰਫ ਇਸ ਕਰਕੇ ਵੀ ਧਨ ਨਹੀਂ ਮਿਲਿਆ। ਇਨਸਾਨ ਦੀ ਹਾਲਤ ਹੈ ਕਿ ਜਦੋਂ ਇਹਨੇ ਬਹੁਤ ਜ਼ਿਆਦਾ ਧਨ ਖੱਟਣ ਵਾਸਤੇ ਮਿਹਨਤ ਕੀਤੀ ਹੋਵੇ, ਇਹਨੂੰ ਧਨ ਨਾ ਮਿਲੇ ਤੇ ਇਹ ਬੜਾ ਦੁਖੀ ਹੋ ਜਾਂਦਾ, ਬੜੀ ਤਕਲੀਫ ਵਿੱਚ ਆ ਜਾਂਦਾ। ਤੇ ਸਤਿਗੁਰੂ ਕਹਿੰਦੇ ਸੱਜਣਾ ਤੂੰ ਜੋੜੀ ਤੇ ਇੰਨਾ ਜਾਣਾ ਹੈ, ਜੋੜੀ ਇੰਨਾ ਜਾਣਾ ਹੈ, ਪਰ ਜਿੱਦਣ ਤੈਨੂੰ ਇਸ ਗੱਲ ਦੀ ਸਮਝ ਲੱਗੇਗੀ ਕਿ ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਵੀ ਇਹਦੇ ਚੋਂ ਦੁੱਖ ਹੀ ਉਪਜਦਾ ਹੈ, ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਨਾ ਇਹਨੇ ਸਾਥ ਜਾਣਾ ਨਾ ਤੈਨੂੰ ਮਿਲਣਾ। ਫਿਰ ਇੱਕ ਸਵਾਲ ਖੜੋਤਾ ਵੀ ਹੁਣ ਐਸਾ ਕਰੀਏ ਕੀ ਵੀ ਧਨ ਸਾਡੇ ਨਾਲ ਜਾਵੇ। ਸਤਿਗੁਰੂ ਨੇ ਫਿਰ ਬਾਣੀ ਅੰਦਰ ਜ਼ਿਕਰ ਕੀਤਾ, ਮਾਲਕ ਕਹਿੰਦੇ ਇੱਕ ਖਿਆਲ ਰੱਖ
ਜਦੋਂ ਆਪਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹਦੇ ਆ ਨਾ, ਤੇ ਮਾਲਕ ਜੀ ਨੇ ਪਾਵਨ ਬਾਣੀ ਦੇ ਆਪਣੀ ਰਸਨਾ ਤੋਂ ਜੋ ਬਚਨ ਉਚਾਰੇ ਸੁਖਮਨੀ ਸਾਹਿਬ ਦੇ ਅੰਦਰ ਦੂਸਰੇ ਸ਼ਲੋਕ 'ਚ ਨਾ, ਸਤਿਗੁਰੂ ਜੀ ਨੇ ਜਿਹੜੀ ਉਹਦੇ ਨਾਲ ਅਸ਼ਟਪਦੀ ਲੱਗਦੀ, ਮਾਲਕ ਪਾਤਸ਼ਾਹ ਨੇ ਉਹਦੇ ਵਿੱਚ ਫਿਰ ਜ਼ਿਕਰ ਕੀਤਾ ਵੀ ਅਸਲ ਦੇ ਵਿੱਚ ਸਾਥ ਦੇਣਾ ਕਿੰਨੇ ਹੈ। ਕਿਉਂਕਿ ਪਹਿਲੋਂ ਤੇ ਆਖਿਆ ਦੀਨ ਦਰਦ ਦੁਖ ਭੰਜਣਾ, ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਮੈਂ ਤੇਰੀ ਸ਼ਰਨ 'ਚ ਆ ਗਿਆ। ਹੁਣ ਰੱਬ ਜੀ ਮੈਂ ਤੁਹਾਡੇ ਦਰ ਤੇ ਆਇਆ, ਹੁਣ ਜਦੋਂ ਤੁਹਾਡੇ ਦਰ ਤੇ ਆ ਕੇ ਮੈਨੂੰ ਆਸਰਾ ਮਿਲਿਆ, ਸਹਾਰਾ ਮਿਲਿਆ, ਤੇ ਉਹ ਸਹਾਰੇ ਸਦਕਾ ਸਤਿਗੁਰੂ ਕੀ ਕਹਿੰਦੇ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਹਾਂ ਮਹਾ ਭਿਆਨ ਦੂਤ ਜਮ ਦਲੇ, ਤਹ ਕੇਵਲ ਨਾਮ ਸੰਗ ਤੇਰਾ ਚੱਲੇ। ਜਹਾਂ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਦਾਰੀ। ਜਿਹੇ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸ਼ਾ। ਹੁਣ ਸਾਥ ਤੇ ਉਸੇ ਨੇ ਦੇਣਾ, ਜਿਹੇ ਮਾਰਗ ਕੇ ਗਣੇ ਜਾਹੇ ਨਾ ਕੋਸਾ, ਜਿਸ ਮਾਰਗ ਨੂੰ ਗਿਣਿਆ ਤੱਕ ਵੀ ਨਹੀਂ ਜਾ ਸਕਦਾ, ਜਾਂ ਉਹਦੇ ਕੋਹਾਂ ਨੂੰ ਗਿਣਿਆ ਨਹੀਂ ਜਾ ਸਕਦਾ। ਸੱਜਣਾ ਤੂੰ ਉੱਥੇ ਟਕੇ ਲੈ ਕੇ ਜਾਣ ਦੀ ਸੋਚ ਰੱਖ ਕੇ ਬੈਠਾ, ਇਹਨਾਂ ਕੋਈ ਨਹੀਂ ਸਾਥ ਦੇਣਾ। ਹਰ ਕਾ ਨਾਮ ਊਹਾ ਸੰਗ ਤੋਸ਼ਾ। ਉੱਥੇ ਸਾਥ ਦੇਣ ਲਈ ਤੇ ਸਿਰਫ ਰੱਬੀ ਨਾਮ ਹੈ, ਰੱਬੀ ਚਿੰਤਨ ਹੈ। ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਗੁਰਮੁਖਾਂ ਹਰ ਧਨ ਖੱਟਿਆ। ਜਿਹੜੇ ਗੁਰੂ ਪਿਆਰੇ ਨੇ, ਗੁਰੂ ਵੱਲ ਮੁਖ ਕਰਕੇ ਚੱਲਣ ਵਾਲੇ, ਉਹਨਾਂ ਧਨ ਖੱਟਿਆ। ਤੇ ਉਹਨਾਂ ਜਿਹੜਾ ਧਨ ਖੱਟਿਆ ਉਹ ਕੀ ਹੈ? ਹਰ ਧਨ, ਰੱਬ ਦਾ ਨਾਮ ਰੂਪੀ ਧਨ ਖੱਟਿਆ। ਤੇ ਉਹ ਧਨ ਖੱਟਿਆ ਕਿਸ ਢੰਗ ਨਾਲ ਹੈ? ਗੁਰ ਕੈ ਸ਼ਬਦ ਵਿਚਾਰ, ਗੁਰੂ ਕੇ ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਉਹਨਾਂ ਨੇ ਫਿਰ ਉਸ ਧਨ ਨੂੰ ਖੱਟਿਆ ਜਿਹੜਾ ਧਨ ਸਾਥ ਦੇਣ ਵਾਲਾ। ਇੱਕ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਬਚਨ ਹੈ, ਕਿਉਂਕਿ ਜਦੋਂ ਹਰੀ ਪ੍ਰਮਾਤਮਾ ਦੇ ਧਨ ਨੂੰ ਖੱਟਣ ਦੀ ਵਾਰੀ ਆਉਂਦੀ ਨਾ, ਤੇ ਉਸ ਵਕਤ ਸਾਡੀ ਆਪਣੀ ਮਤ ਕਦੇ ਕੰਮ ਨਹੀਂ ਜੇ ਆਈ। ਇੰਨੀ ਹਮੇਸ਼ਾ ਬਾਤ ਨੂੰ ਆਪਣੇ ਜ਼ਿਹਨ ਵਿੱਚ ਰੱਖਿਓ। ਜੇ ਆਪਾਂ ਸੰਸਾਰਕ ਤੌਰ ਤੇ ਧਨ ਖੱਟਦੇ ਆ ਨਾ, ਤੇ ਸੰਸਾਰਕ ਤੌਰ ਤੇ ਧਨ ਖੱਟਣ ਲਈ ਵੀ ਸਾਨੂੰ ਪਹਿਲੋਂ ਮਤ ਨੂੰ ਗ੍ਰਹਿਣ ਕਰਨਾ ਪੈਂਦਾ, ਫੇਰ ਕਿਤੇ ਜਾ ਕੇ ਅਸੀਂ ਧਨ ਖੱਟਣ ਦੇ ਕਾਬਲ ਬਣਦੇ। ਜੇ ਇੱਕ ਇਨਸਾਨ ਜਿਨੇ ਮਤ ਗ੍ਰਹਿਣ ਨਹੀਂ ਕੀਤੀ, ਮੇਰੇ ਮਤ ਤੋਂ ਲਫ਼ਜ਼ ਮੈਂ ਇੱਥੇ ਇਹ ਕਹਿ ਰਿਹਾ ਕਿ ਜਿਨੇ ਕਿਸੇ ਕੋਲੋਂ ਕੁਝ ਸਿੱਖਿਆ ਨਹੀਂ ਹੈ, ਜਿਨੇ ਕੋਈ ਗੁਣ ਆਪਣੇ ਜੀਵਨ 'ਚ ਗ੍ਰਹਿਣ ਨਹੀਂ ਕੀਤਾ, ਉਹ ਸੰਸਾਰਕ ਤੌਰ ਤੇ ਵੀ ਧਨ ਨਹੀਂ ਖੱਟ ਸਕਦਾ। ਜਿਹੜਾ ਮੂਰਖ ਇਨਸਾਨ ਹੈ ਉਹ ਕਦੇ ਜੀਵਨ ਵਿੱਚ ਧਨ ਨਹੀਂ ਜੇ ਕਮਾਉਂਦਾ। ਹੁਣ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਵੀ ਮਾਲਕ ਪਾਤਸ਼ਾਹ ਉੱਥੇ ਲਫ਼ਜ਼ ਵਰਤੇ, ਕਹਿੰਦੇ ਗੁਰਮਤੀ ਹਰ ਧਨ ਖੱਟਿਆ। ਗੁਰੂ ਦੀ ਮੱਤ ਲੈ ਕੇ ਫਿਰ ਜੀਵ ਰੱਬ ਦੇ ਨਾਮ ਰੂਪੀ ਧਨ ਨੂੰ ਖੱਟਦਾ, ਫਿਰ ਭਗਤੀ ਭਰੇ ਭੰਡਾਰਾ, ਫਿਰ ਰੱਬ ਦੀ ਪ੍ਰੇਮਾ ਭਗਤੀ ਦਾ ਜਿਹੜਾ ਭੰਡਾਰ ਹੈ ਉਹ ਕੋਲੇ ਭਰ ਜਾਂਦਾ ਹੈ। ਹੁਣ ਅਸੀਂ ਉਸੇ ਭੰਡਾਰ ਦੇ ਵਿੱਚੋਂ, ਜਿਸ ਭੰਡਾਰ ਨੂੰ ਲੈ ਕਰਕੇ ਕਦੇ ਗੁਰੂ ਅਰਜਨ ਸਾਹਿਬ ਕਹਿੰਦੇ ਨਾ ਖਾਵੇਂ ਖਰਚ, ਜਦੋਂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਰਸਨਾ ਤੋਂ ਆਪਣੀ ਤੋਂ ਬਚਨ ਆਖੇ, ਤਿਚਰ ਮੂਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ, ਸ਼ਬਦ ਆਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਇਹ ਧਨ ਐਸਾ ਹੈ ਕਿ ਇਹਨੂੰ ਜਿੰਨਾ ਖਾਵਾਂਗੇ, ਜਿੰਨਾ ਖਰਚਾਂਗੇ, ਓਨਾ ਇਹ ਘਟਣ ਦੀ ਬਜਾਏ ਇਹ ਵੱਧਦਾ ਹੈ। ਸਤਿਗੁਰੂ ਬਾਣੀ 'ਚ ਲਫ਼ਜ਼ ਵਰਤਦੇ, ਖਾਵੇਂ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਕਿਉਂਕਿ ਇਹ ਖਜ਼ਾਨਾ ਐਸਾ ਹੈ ਜਿਸ ਖਜ਼ਾਨੇ ਪ੍ਰਤੀ ਸਤਿਗੁਰੂ ਜੀ ਬਚਨ ਵਰਤਦੇ, ਪੀਊ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤੇ ਤਾਂ ਮੇਰਾ ਮਨ ਭਇਆ ਨਿਧਾਨਾ। ਇਹ ਖਜ਼ਾਨਾ ਐਸਾ ਇੱਕ ਵਿਰਾਸਤ ਹੈ ਕਿ ਇਸ ਖਜ਼ਾਨੇ ਦੇ ਵਿੱਚੋਂ ਭਾਵੇਂ ਕੋਈ ਇੱਕ ਛਕੇ ਤੇ ਭਾਵੇਂ ਦੋ, ਤੇ ਭਾਵੇਂ ਸਾਰੀ ਦੀ ਸਾਰੀ ਲੋਕਾਈ ਕਿਉਂ ਨਾ ਇਸ ਧਨ ਨੂੰ ਵਰਤਣ ਲੱਗ ਜਾਏ, ਇਹ ਧਨ ਵਿੱਚ ਕਦੇ ਕਮੀ ਨਹੀਂ ਆਈ, ਇਹਦੇ ਵਿੱਚ ਤੋਟਾ ਨਹੀਂ ਆਇਆ। ਇਹਦੇ ਵਿੱਚ ਤੋਟਾ ਕਦੇ ਨਹੀਂ ਆਉਂਦਾ, ਇਹਦੇ ਵਿੱਚ ਵਾਧਾ ਹੀ ਹੁੰਦਾ ਹੈ। ਅਸੀਂ ਜਿਵੇਂ ਜਿਵੇਂ ਇਹਨੂੰ ਖਾਂਦੇ ਰਵਾਂਗੇ, ਖਰਚਦੇ ਰਵਾਂਗੇ ਜਾਂ ਵਰਤਾਉਂਦੇ ਰਵਾਂਗੇ, ਤਿਵੇਂ ਤਿਵੇਂ ਇਸ ਧਨ ਵਿੱਚ ਵਾਧਾ ਹੁੰਦਾ ਹੈ। ਸਤਿਗੁਰੂ ਜੀ ਨੇ ਲਫ਼ਜ਼ ਵਰਤੇ, ਕਹਿੰਦੇ ਭਾਈ ਗੁਰੂ ਦੀ ਮੱਤ ਲੈਣ ਵਾਲਿਆਂ ਨੇ ਰੱਬ ਦਾ ਨਾਮ ਰੂਪੀ ਧਨ ਜਿਹੜਾ ਉਹਨੂੰ ਖੱਟਿਆ। ਫਿਰ ਸਤਿਗੁਰੂ ਪਾਤਸ਼ਾਹ ਬੋਲੇ, ਕਹਿੰਦੇ ਲਾਹਾ ਹਰ ਧਨ ਖੱਟਿਆ। ਜੀਵਾਂ ਨੇ ਰੱਬ ਦਾ ਨਾਮ ਰੂਪੀ ਧਨ ਜਿਹੜਾ ਹੈ ਉਹਨੂੰ ਖੱਟਿਆ। ਉਹਨੂੰ ਖੱਟਦਿਆਂ ਹੋਇਆਂ ਉਹਨੂੰ ਖੱਟਣ ਦਾ ਤਰੀਕਾ ਇੱਕ ਹੀ ਹੈ ਕਿ ਗੁਰੂ ਦੀ ਮੱਤ ਲੈ ਕੇ, ਗੁਰੂ ਕੇ ਸ਼ਬਦ ਦੀ ਵਿਚਾਰ ਜਦੋਂ ਜੀਵ ਆਪਣੇ ਜੀਵਨ ਵਿੱਚ ਅਪਣਾ ਲੈਂਦਾ, ਧਾਰਨ ਕਰ ਲੈਂਦਾ, ਉਸ ਵਕਤ ਜਾ ਕੇ ਫਿਰ ਇਹ ਜੀਵ ਰੱਬ ਦੇ ਨਾਮ ਰੂਪੀ ਧਨ ਨੂੰ ਹਾਸਲ ਕਰਦਾ। ਹੁਣ ਇੱਕ ਖਿਆਲ ਕਰਿਓ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਹੀ ਪਾਵਨ ਬਚਨ ਆਪ ਦੀਆਂ ਰਸਨਾਵਾਂ ਤੇ ਰਹਿੰਦਾ ਹੈ। ਕਿਉਂਕਿ
ਅਸੀਂ ਜਦੋਂ ਸਮਾਜ ਤੇ ਆਏ ਆ ਨਾ, ਹਰ ਇੱਕ ਜੀਵ ਵੱਖਰੇ ਵੱਖਰੇ ਢੰਗ ਦੇ ਨਾਲ, ਵੱਖਰੇ ਵੱਖਰੇ ਤਰੀਕੇ ਦੇ ਨਾਲ ਆ ਕਰਕੇ ਆਪਣੇ ਕਾਰ ਵਿਹਾਰ ਜਿਹੜੇ ਉਹ ਕਰਦਾ। ਸੰਸਾਰ ਤੇ ਪੈਦਾ ਹੋਣ ਦਾ ਤਰੀਕਾ ਇੱਕ ਹੈ, ਪਰ ਇੱਥੇ ਆ ਕੇ ਆਪਣੇ ਅਲੱਗ-ਅਲੱਗ ਕਾਰ ਵਿਹਾਰ ਜੀਵ ਜਿਹੜਾ ਉਹਨਾਂ ਨੂੰ ਕਰਦਾ ਹੈ। ਸਤਿਗੁਰੂ ਨੇ ਆਪਾਂ ਸਾਰਿਆਂ ਨੂੰ, ਕਿਉਂਕਿ ਜਦੋਂ ਰੱਬ ਦੇ ਨਜ਼ਰੀਏ ਨਾਲ ਵੇਖਾਂਗੇ, ਦੁਨਿਆਵੀ ਨਜ਼ਰੀਏ ਨੂੰ ਪਾਸੇ ਕਰਕੇ, ਤੇ ਉਦੋਂ ਅਸੀਂ ਸਾਰੇ ਇਸ ਸੰਸਾਰ ਦੇ ਉੱਤੇ ਆਏ ਹੋਏ ਵਪਾਰੀ ਹਾਂ, ਜਿਨ੍ਹਾਂ ਨੇ ਇੱਥੇ ਆ ਕੇ ਵਪਾਰ ਕਰਨਾ ਹੈ। ਹੁਣ ਕੁਝ ਕੁ ਜੀਵ ਐਸੇ ਨੇ ਜਿਹੜੇ ਵਪਾਰ ਕਰਦੇ ਤੇ ਲਾਹਾ ਖੱਟ ਕੇ ਜਾਂਦੇ ਨੇ। ਬਹੁਤਾਤ ਜੀਵ ਐਸੇ ਨੇ ਜਿਹੜੇ ਵਪਾਰ ਕਰਦੇ ਪਰ ਘਾਟਾ ਖਾ ਕੇ ਪਰਤਦੇ ਨੇ। ਮੈਂ ਦੋ ਲਫ਼ਜ਼ ਵਰਤ ਰਿਹਾ। ਕੁਝ ਕੁ ਜੀਵ ਐਸੇ ਨੇ, ਕੁਝ ਕੁ ਜੀਵ ਐਸੇ ਨੇ ਜਿਨ੍ਹਾਂ ਨੇ ਵਪਾਰ ਕੀਤਾ ਤੇ ਲਾਹਾ ਖੱਟ ਕੇ ਘਰੇ ਗਏ, ਵਾਪਸ ਪਰਤੇ। ਬਹੁਤਾਤ ਜੀਵ ਐਸੇ ਨੇ ਜਿਨ੍ਹਾਂ ਵਪਾਰ ਕੀਤਾ ਪਰ ਘਾਟਾ ਖਾ ਕੇ, ਲੌਸ ਹਾਸਲ ਕਰਕੇ ਫਿਰ ਵਾਪਸ ਪਰਤਦੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਬਚਨ ਕਹਿੰਦੇ, ਹਰ ਰਾਸ ਮੇਰੀ ਮਨ ਵਣਜਾਰਾ। ਹੁਣ ਉੱਥੇ ਖਿਆਲ ਕਰੋ, ਸੱਸੇ ਨੂੰ ਸਿਹਾਰੀ ਹੈ। ਹਰ ਰਾਸ, ਰਾਸ ਦੇ ਸੱਸੇ ਨੂੰ ਸਿਹਾਰੀ ਲਫ਼ਜ਼ ਆਪਾਂ ਰਾਸ ਪੜ੍ਹਦੇ ਹਾਂ, ਪਰ ਜਦੋਂ ਅਰਥ ਕਰਾਂਗੇ ਤੇ ਉਹਦੇ ਅਰਥ ਅਸੀਂ ਰਾਸ਼ੀ, ਪੂੰਜੀ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ। ਤੇ ਹੁਣ ਉਹ ਰਾਸ ਮਿਲਣੀ ਕਿੱਥੋਂ ਹੈ? ਸਤਿਗੁਰ ਤੇ ਰਾਸ ਜਾਣੀ। ਉਹ ਰਾਸ਼ੀ ਮੈਨੂੰ ਗੁਰੂ ਕੋਲੋਂ ਮਿਲੀ, ਤੇ ਉਹ ਰਾਸ਼ੀ ਐਸੀ ਹੈ ਜਿਸ ਰਾਸ਼ੀ ਦੇ ਪ੍ਰਤੀ ਸਤਿਗੁਰੂ ਜੀ ਆਖਦੇ ਕਿ ਹਰ ਹਰ ਨਿਤ ਜਪਿਓ ਜੀਉ ਲਾਹ ਖੱਟਿਓ ਦਿਹਾੜੀ। ਕਿ ਤੂੰ ਦਿਨ ਰਾਤ ਜੀ ਕਰਕੇ ਜੀਉ, ਉੱਥੇ ਲਫ਼ਜ਼ ਜੀਉ ਪੜਾਂਗੇ, ਜੀ ਦੇ ਵਿੱਚੋਂ ਵੀ ਆਪਣੇ ਹਿਰਦੇ ਕਰਕੇ ਉਹਨੂੰ ਜਪ, ਉਹਦੀ ਆਰਾਧਨਾ ਕਰ। ਹਰ ਹਰ ਨਿਤ ਜਪਿਓ ਜੀਉ ਲਾਹਾ ਖੱਟਿਓ ਦਿਹਾੜੀ। ਫਿਰ ਦੱਸਿਆ ਇਹ ਧਨ ਤਿੰਨਾ ਮਿਲਿਆ। ਇਹ ਧਨ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਰੱਬੀ ਭਾਣਾ ਪਾਉਂਦਾ ਹੈ, ਜਿਹੜੇ ਰੱਬ ਦੀ ਰਜ਼ਾ 'ਚ ਚੱਲਣਾ ਸਿੱਖ ਲੈਂਦੇ ਨੇ। ਤੇ ਫਿਰ ਆਖਿਆ, ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਹੁਣ ਮਨ ਸਾਰਿਆਂ ਦਾ ਹੀ ਵਣਜਾਰਾ ਹੈ। ਵਪਾਰੀ ਹਾਂ ਅਸੀਂ ਸਾਰੇ ਦੇ ਸਾਰੇ, ਜਿੰਨੇ ਵੀ ਆਏ ਹਾਂ। ਕੁਝ ਵਪਾਰੀਆਂ ਦੇ ਪ੍ਰਤੀ ਸਤਿਗੁਰੂ ਜੀ ਆਖਦੇ, ਕਹਿੰਦੇ ਮਾਲਕ ਪਾਤਸ਼ਾਹ ਜੀ, ਤੁਹਾਡੇ ਜਦੋਂ ਵਪਾਰੀਆਂ ਦੀ ਗੱਲ ਕੀਤੀ ਨਾ ਅਸੀਂ, ਤੇ ਸਾਨੂੰ ਇਹ ਲਫ਼ਜ਼ ਵਰਤਣੇ ਪਏ, ਅਮੁੱਲ ਵਪਾਰੀਏ ਅਮੁੱਲ ਭੰਡਾਰ। ਤੇਰੇ ਨਾਮ ਦਾ ਵਪਾਰ ਕਰਨ ਵਾਲੇ ਅਮੋਲਕ ਨੇ, ਤੇ ਜਿਹੜੇ ਤੇਰੇ ਨਾਮ ਦਾ ਵਪਾਰ ਕਰਨ ਵਾਲੇ ਨੇ ਨਾ, ਉਹਨਾਂ ਕੋਲ ਭੰਡਾਰ ਵੀ ਅਮੋਲਕ ਨੇ। ਕਿਉਂਕਿ ਤੇਰਾ ਨਾਮ ਅਮੋਲਕ ਹੈ, ਇਹਦਾ ਮੁੱਲ ਪਾਉਣ ਵਾਲਾ ਕੋਈ ਨਹੀਂ, ਤੇ ਜਿਹੜਾ ਇਹਦਾ ਵਪਾਰ ਕਰੇਗਾ ਨਾ ਉਹ ਵੀ ਅਮੋਲਕ ਹੀ ਹੋਏਗਾ। ਮੁੱਲ ਵਿੱਚ ਆਉਣ ਵਾਲਾ ਇਨਸਾਨ ਕਦੇ ਤੁਹਾਡੇ ਨਾਮ ਦਾ ਵਪਾਰ ਨਹੀਂ ਕਰ ਸਕਦਾ। ਗੁਰਮੁਖਾਂ ਨੇ ਰੱਬ ਦੇ ਨਾਮ ਧਨ ਨੂੰ ਖੱਟਿਆ। ਖੱਟਣ ਦਾ ਤਰੀਕਾ ਸੀ ਗੁਰ ਸ਼ਬਦ ਵਿਚਾਰ, ਗੁਰੂ ਕੇ ਸ਼ਬਦ ਦੀ ਵਿਚਾਰ ਸਦਕਾ, ਮਤਲਬ ਉਹਨੂੰ ਆਪਣੇ ਜੀਵਨ ਦੇ ਅੰਦਰ ਵਿਚਾਰਨਾ, ਉਹਨੂੰ ਆਪਣੇ ਜੀਵਨ ਦੇ ਅੰਦਰ ਧਾਰਨ ਕਰਨਾ, ਜਾਂ ਉਹਦੇ ਅਨੁਸਾਰੀ ਆਪਣੇ ਜੀਵਨ ਨੂੰ ਬਣਾ ਲੈਣਾ। ਜਿਵੇਂ ਗੁਰੂ ਆਖ ਰਿਹਾ, ਜਿਵੇਂ ਗੁਰੂ ਪਾਤਸ਼ਾਹ ਜੀ ਸਾਨੂੰ ਮਾਰਗ ਸਾਡਾ ਦਰਸ਼ਨ ਕਰ ਰਹੇ ਨੇ, ਉਸ ਹਿਸਾਬ ਦੇ ਨਾਲ ਗੁਰੂ ਦੇ ਦਰਸਾਏ ਮਾਰਗ ਉੱਤੇ ਚੱਲਣ ਲੱਗ ਜਾਣਾ। ਜਦੋਂ ਗੁਰੂ ਦੇ ਦਰਸਾਏ ਮਾਰਗ ਉੱਤੇ ਅਸੀਂ ਚੱਲ ਪੈਂਦੇ ਹਾਂ, ਤੇ ਉਦੋਂ ਇਹ ਕਹਿ ਸਕਦੇ ਹਾਂ ਕਿ ਅਸੀਂ ਰੱਬੀ ਜਿਹੜਾ ਨਾਮ ਧਨ ਹੈ ਉਹਨੂੰ ਇਕੱਤਰ ਕਰਨ ਵਾਲੇ ਪਾਸੇ ਤੁਰ ਪਏ ਹਾਂ। ਹੁਣ ਖਿਆਲ ਕਰਿਓ, ਮੈਂ ਨਿੱਕਾ ਜਿਹਾ ਸੰਖੇਪ ਮਾਤਰ ਇੱਕ ਇਤਿਹਾਸਕ ਪੱਖ ਰੱਖਾਂਗਾ, ਕਿਉਂਕਿ ਇਹ ਜਿਹੜੀ ਇਤਿਹਾਸ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ, ਆਪ ਸੰਗਤ ਨੇ ਪਹਿਲੋਂ ਕਈ ਵਾਰ ਇਹ ਸਰਵਣ ਵੀ ਕੀਤਾ ਹੈ। ਜਿਸ ਵਕਤ ਸਤਿਗੁਰੂ ਪਾਤਸ਼ਾਹ ਜੀ ਦੁਨੀ ਚੰਦ ਨੂੰ ਉਪਦੇਸ਼ ਦਿੰਦੇ ਨੇ, ਗੁਰੂ ਨਾਨਕ ਸਾਹਿਬ, ਉਸ ਵਕਤ ਸਤਿਗੁਰੂ ਜੀ ਨੇ ਦੁਨੀ ਚੰਦ ਨੂੰ ਇਹ ਆਖਿਆ ਸੀ ਵੀ ਦੁਨੀ ਚੰਦ, ਤੂੰ ਦਿੱਤਾ ਜੋੜਨ ਤੇ ਧਨ, ਜ਼ੋਰ ਆਪਣਾ ਸਾਰੇ ਦਾ ਸਾਰਾ, ਸਾਰਾ ਜ਼ੋਰ ਤੂੰ ਧਨ ਜੋੜਨ ਤੇ ਲਾਇਆ। ਹੁਣ ਉਹ ਧਨ ਜਿਹੜਾ ਹੈ ਨਾ, ਉਸ ਵਕਤ ਤਕਰੀਬਨ ਇਤਿਹਾਸਕਾਰ ਨੇ ਦੱਸਿਆ ਵੀ ਦੁਨੀ ਚੰਦ ਆਪਣੇ ਘਰ ਦੇ ਉੱਤੇ 7 ਝੰਡੀਆਂ ਲਾ ਕੇ ਬੈਠਾ, ਤੇ ਉਹਦੇ ਘਰ ਉੱਤੇ ਲੱਗੇ ਝੰਡੇ ਇਸ ਗੱਲ ਦਾ ਪ੍ਰਤੀਕ ਨੇ ਕਿ ਉਹ ਬਹੁਤ ਜ਼ਿਆਦਾ ਅਮੀਰ ਹੈ।
ਉਹਦੇ ਘਰ ਵਿੱਚ ਅਮੀਰੀ ਬਹੁਤ ਹੈ ਤੇ ਉਹਦੇ ਕੋਲ ਧਨ ਬੜਾ ਜੋੜਿਆ ਹੋਇਆ। ਹੁਣ ਸਤਿਗੁਰੂ ਪਾਤਸ਼ਾਹ ਨੇ ਉੱਥੇ ਇੱਕ ਮਨੁੱਖ ਨੂੰ ਪੁੱਛਿਆ ਵੀ ਆ ਝੰਡੇ ਜਿਹਦੇ ਘਰ ਤੇ ਲੱਗੇ ਨੇ ਵੀ ਇਹਦਾ ਮਤਲਬ ਕੀ ਹੈ? ਤੇ ਉਹ ਦੱਸਦਾ ਫਿਰ, ਕਹਿੰਦਾ ਜੀ ਇਹਦਾ ਮਤਲਬ ਇਹ ਹੈ ਵੀ ਜਿੰਨੇ ਇਹਦੇ ਕੋਲ ਝੰਡੇ ਓਨੇ ਹੀ ਇਹਦੇ ਕੋਲ ਲੱਖ ਰੁਪਈਏ ਨੇ। ਮਤਲਬ ਇੱਕ ਝੰਡਾ 1 ਲੱਖ ਦਾ ਪ੍ਰਤੀਕ ਹੈ ਤੇ ਉਹਦੇ ਘਰ ਤੇ 7 ਝੂਲ ਰਹੇ ਨੇ। ਉਹ ਸਮੇਂ 'ਚ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸੰਸਾਰ ਤੇ ਨੇ। ਹੁਣ 7 ਲੱਖ ਰੁਪਈਆ ਉਸ ਵਕਤ ਦੇ ਇਨਸਾਨ ਕੋਲ, ਅੱਜ ਦੇ ਆਪਾਂ ਅਰਬਾਂ ਖਰਬਾਂ ਦੀ ਵੀ ਬਾਤ ਕਰ ਲਈਏ ਤੇ ਸ਼ਾਇਦ ਘਟ ਜਾਣ, ਪਰ ਉਹ 7 ਲੱਖ ਵੱਧ ਜਾਏਗਾ। ਹੁਣ ਉਹਦੇ ਕੋਲ ਧਨ ਬਹੁਤ ਹੈ, ਉਹਨੇ ਜੋੜਿਆ ਵੀ ਬੜੀ ਮਿਹਨਤ ਨਾਲ ਹੈ, ਬੜੀ ਮਸ਼ੱਕਤ ਨਾਲ ਹੈ। ਗੁਰੂ ਨਾਨਕ ਸਾਹਿਬ ਉਹਦੇ ਕੋਲ ਗਏ ਤੇ ਮਾਲਕ ਪਾਤਸ਼ਾਹ ਦੇ ਉਹਨੇ ਦਰਸ਼ਨ ਕੀਤੇ, ਬੜਾ ਆਓ ਭਗਤ ਉਹਨੇ ਕੀਤੀ। ਸਤਿਗੁਰੂ ਜੀ ਨੂੰ ਜਿਉ ਆਇਆ ਵੀ ਆਖਿਆ, ਉਹਨੇ ਬੜਾ ਸਤਿਕਾਰ ਕੀਤਾ ਮਾਲਕ ਪਾਤਸ਼ਾਹ ਦਾ। ਤੇ ਉਹ ਤੋਂ ਬਾਅਦ 'ਚ ਨਾ ਉਹ ਆਪਣੇ ਕਾਰ ਵਿਹਾਰ ਜਿਹੜਾ ਉਹ ਕਰ ਰਿਹਾ, ਆਪਣੇ ਕਾਰਾਂ ਵਿਹਾਰਾਂ 'ਚ ਜੁਟਿਆ। ਸਤਿਗੁਰੂ ਪਾਤਸ਼ਾਹ ਨੇ ਹੁਣ ਉਹਨੂੰ ਉਪਦੇਸ਼ ਦੇਣਾ ਸੀ ਤੇ ਮਾਲਕ ਪਾਤਸ਼ਾਹ ਨੇ ਉਪਦੇਸ਼ ਦਿੰਦਿਆਂ ਉਹਨੂੰ ਇਹ ਆਖਿਆ ਸੀ ਵੀ ਦੁਨੀ ਚੰਦ, ਸੰਸਾਰ ਉੱਤੇ ਜਦੋਂ ਅਸੀਂ ਵਿਚਰਦੇ ਹਾਂ ਤੇ ਸਾਡੇ 3 ਮਿੱਤਰ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਮਿੱਤਰ ਸਾਡਾ ਓਨਾ ਚਿਰ ਹੀ ਹੈ ਜਿੰਨਾ ਚਿਰ ਸਾਡੇ ਸਾਹ ਚੱਲਦੇ, ਦੂਜਾ ਮਿੱਤਰ ਓਨਾ ਚਿਰ ਜਿੰਨਾ ਚਿਰ ਸਾਡਾ ਸਰੀਰ ਦਿਖਦਾ, ਤੀਜਾ ਮਿੱਤਰ ਓਨਾ ਚਿਰ ਉਦੋਂ ਤੱਕ ਹੈ ਜਦੋਂ ਤੱਕ ਅਸੀਂ ਰੱਬੀ ਦਰ ਤੇ ਪ੍ਰਵਾਨੇ ਨਹੀਂ ਜਾਂਦੇ ਜਾਂ ਸਾਡਾ ਫੈਸਲਾ ਨਹੀਂ ਹੋ ਜਾਂਦਾ। ਹੁਣ ਉਹ ਹੈਰਾਨ ਸੀ ਵੀ ਮਿੱਤਰ ਮੇਰਿਆਂ ਦੀ ਗਿਣਤੀ ਕੋਈ ਨਹੀਂ ਤੇ ਐਸਾ ਮਿੱਤਰ ਵੀ ਕੋਈ ਨਹੀਂ ਜਿਹੜਾ ਮੇਰਾ ਸਾਥ ਛੱਡਣ ਵਾਲਾ ਹੋਵੇ। ਗੁਰੂ ਨਾਨਕ ਸਾਹਿਬ ਨੇ ਆਖਿਆ, ਕਹਿੰਦੇ 3 ਮਿੱਤਰ ਨੇ। ਉਹ ਸੋਚੇ, ਉਹਨੇ ਪੁੱਛ ਲਿਆ ਵੀ ਕਿਹੜੇ ਕਿਹੜੇ ਹੁਣ ਇਹ ਵੀ ਦੱਸੋ। ਫਿਰ ਬਕਾਇਦਾ ਸਤਿਗੁਰੂ ਨੇ ਦੱਸਿਆ, ਕਹਿੰਦੇ ਦੁਨੀ ਚੰਦ, ਜਿੰਨਾ ਚਿਰ ਤੂੰ ਤੇਰੇ ਸਾਹ ਚੱਲਦੇ ਨਾ ਉਹਨਾਂ ਚਿਰ ਜਿਹੜਾ ਧਨ ਤੂੰ ਜੋੜਿਆ ਇਹ ਮਿੱਤਰ ਤੇਰਾ ਉਹਨਾਂ ਚਿਰ ਹੀ ਹੈ। ਮਤਲਬ ਜਦੋਂ ਸਵਾਸ ਚੱਲ ਰਹੇ, ਸਾਹ ਤੂੰ ਲੈ ਰਿਹਾ, ਉਹਨਾਂ ਚਿਰ ਤੇ ਮਾਇਆ ਤੇਰੀ ਹੈ। ਜਿਹੜਾ ਧਨ ਤੂੰ ਜੋੜਿਆ ਉਹ ਤੇਰਾ। ਜਿੱਦਣ ਕਿਤੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਵੀ ਤੇਰੇ ਸਾਹ ਬੰਦ ਹੋਣ ਵਾਲੇ ਜਾਂ ਤੇਰੇ ਸਾਹ ਬੰਦ ਹੋ ਗਏ, ਉਦੋਂ ਬਾਅਦ ਚਾ ਧਨ ਨੇ ਤੇਰੇ ਕੰਮ ਨਹੀਂ ਆਉਣਾ। ਪਰਿਵਾਰ ਵਾਲਿਆਂ ਨੇ ਤੇ ਉਹ ਰਤਾ ਮਾਤਰ ਅਜੇ ਸਿਹਤ ਢਿੱਲੀ ਹੋਣ ਦੀ ਢੇਰ ਹੈ, ਕਿਤੇ ਪਤਾ ਲੱਗ ਜਾਏ ਨਾ ਡਾਕਟਰਾਂ ਵਾਲੇ ਪਾਸਿਓਂ ਵੀ ਇਹ ਬਹੁਤਾ ਕ੍ਰਿਟੀਕਲ ਜਿਹੜਾ ਉਹ ਹਾਲਾਤ ਬਣ ਚੁੱਕੇ ਨੇ, ਤੇ ਉਸੇ ਵਕਤ ਪਰਿਵਾਰ ਵਾਲੇ ਧਨ ਦੇ ਲਾਲਚੀ ਵਸੀਅਤ ਲਿਖਵਾਉਣ ਵਾਸਤੇ ਕੋਈ ਨਾ ਕੋਈ ਪ੍ਰਬੰਧ ਕਰ ਲੈਂਦੇ ਵੀ ਹੁਣ ਲਿਖਾ ਲਈਏ, ਕਿਤੇ ਇਹ ਨਾ ਹੋਵੇ ਵੀ ਜਾਣ ਤੋਂ ਪਹਿਲਾਂ, ਇਹਦੇ ਮਰਨ ਤੋਂ ਪਹਿਲਾਂ ਵਸੀਅਤ ਹੋਵੇ ਨਾ ਤੇ ਬਾਅਦ 'ਚ ਸਾਡੇ 'ਚ ਝਗੜਾ ਖੜਾ ਹੋਇਆ ਰਵੇ। ਹੁਣ ਉਹਨਾਂ ਨੇ ਮਰਨ ਤੋਂ ਪਹਿਲਾਂ ਹੀ ਲਿਖਾ ਲਿਆ ਵੀ ਇਹਨੇ ਮਰ ਜਾਣਾ ਤੇ ਅਸੀਂ ਲਿਖਾ ਲਈਏ। ਹੁਣ ਧਨ ਕਿੰਨਾ ਕੁ ਚਿਰ ਸਾਥ। ਫਿਰ ਉਹ ਤੋਂ ਬਾਅਦ 'ਚ ਜਦੋਂ ਬਾਕੀ ਮਿੱਤਰਾਂ ਦੀ ਗੱਲ ਕਰਾਂਗੇ, ਦੂਜੇ ਮਿੱਤਰ ਦੀ, ਤੇ ਸਾਡਾ ਸਰੀਰ ਦਿਸ ਰਿਹਾ, ਅਗਲੇ ਉਹਨਾਂ ਚਿਰ ਰੋਂਦੇ ਰਹੇ, ਉਹਨਾਂ ਚਿਰ ਕਰਲਾਉਂਦੇ ਰਹੇ। ਜਦੋਂ ਫੜ ਕੇ ਲਾਂਬੂ ਲਾਤਾ ਉਦੋਂ ਨਹੀਂ ਕੋਈ ਕੁਰਲਾਇਆ, ਉਦੋਂ ਸਾਰੇ ਹੀ ਉੱਥੋਂ ਪਰਤ ਕੇ ਆ ਗਏ। ਸੜਦਿਆਂ ਨਾਲ ਕਦੇ ਕੋਈ ਨਹੀਂ ਜੇ ਸੜਿਆ। ਹੁਣ ਉਹ ਸਾਰੇ ਦੇ ਸਾਰੇ ਮਿੱਤਰ ਵਾਪਸ ਪਰਤ ਆਏ। ਜਿੰਨਾ ਚਿਰ ਸਾਡਾ ਸਰੀਰ ਦਿਸਦਾ ਸੀ ਉਹਨਾਂ ਨੇ ਸਾਥ ਨਿਭਾਇਆ। ਉਹ ਤੋਂ ਬਾਅਦ 'ਚ ਹੁਣ ਬਾਤ ਆ ਗਈ ਤੀਸਰੇ ਮਿੱਤਰ ਦੀ, ਤੇ ਤੀਜੇ ਮਿੱਤਰ ਨੇ ਸਾਡੇ ਕਰਮ, ਜਾਂ ਇਉਂ ਕਹਿ ਸਕਦੇ ਹਾਂ ਜਿਹੜਾ ਰੱਬੀ ਧਨ ਅਸੀਂ ਖੱਟਿਆ, ਜਾਂ ਇਉਂ ਕਹਿ ਲਈਏ ਜਿਹੜਾ ਸੰਸਾਰ ਉੱਤੇ ਜਿਉਂਦਿਆਂ ਹੋਇਆਂ ਅਸੀਂ ਕਰਮਾਂ ਦਾ ਧਨ ਖੱਟਿਆ, ਉਹ ਕਰਮਾਂ ਦਾ ਧਨ ਸਾਡਾ ਸਾਥ ਦੇਏਗਾ। ਉਹਨੇ ਰੱਬੀ ਦਰ ਤੇ ਲੈ ਕੇ ਜਾਣਾ। ਹੁਣ ਰੱਬੀ ਦਰ ਤੇ ਫੈਸਲਾ ਉਸ ਧਨ ਦੇ ਆਧਾਰ ਤੇ ਹੋਣਾ ਜਿਹੜਾ ਕਰਮਾਂ ਦਾ ਧਨ ਅਸੀਂ ਜੋੜ ਕੇ ਲੈ ਕੇ ਚੱਲੇ। ਉਹ ਕਰਮ ਚੰਗੇ ਨੇ ਜਾਂ ਕਰਮ ਮਾੜੇ ਨੇ। ਜੇ ਚੰਗੇ ਨੇ ਤੇ ਰੱਬ ਦੇ ਦਰ ਤੇ ਪ੍ਰਵਾਨਗੀ ਮਿਲ ਜਾਏਗੀ, ਤੇ ਜੇ ਕਰਮਾਂ ਦਾ ਧਨ ਚੰਗਾ ਨਹੀਂ, ਕਰਮ ਸਾਡੇ ਕੋਲ ਚੰਗੇ ਨਹੀਂ, ਤੇ ਫਿਰ ਰੱਬ ਦੇ ਦਰ ਤੋਂ ਵੀ ਅਸੀਂ ਧਕੇਲ ਦਿੱਤੇ ਜਾਵਾਂਗੇ, ਉਹਦੇ ਦਰ ਤੇ ਵੀ ਪ੍ਰਵਾਨਗੀ ਨਹੀਂ ਮਿਲਣੀ। ਖੈਰ, ਮੈਂ ਇਸ ਉਦਾਹਰਣ, ਇਹ ਇਤਿਹਾਸਕ ਪੱਖ ਤਾਂ ਰੱਖਿਆ ਕਿਉਂਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਅੱਜ ਲਫ਼ਜ਼ ਵਰਤਦਿਆਂ ਕਹਿ ਰਹੇ ਕਿ ਗੁਰਮੁਖਾਂ ਨੇ ਰੱਬ ਦਾ ਨਾਮ ਰੂਪੀ ਧਨ ਖੱਟਿਆ, ਤੇ ਉਹਨਾਂ ਨੇ ਜਿਹੜਾ ਧਨ ਖੱਟਿਆ ਨਾ, ਉਹ ਧਨ ਖੱਟਿਆ ਗੁਰੂ ਦੇ ਸ਼ਬਦ ਦੀ ਵਿਚਾਰ ਸਦਕਾ। ਮਤਲਬ ਗੁਰੂ ਦੇ ਪਾਏ ਪੂਰਨਿਆਂ ਉੱਤੇ ਉਹ ਚੱਲਦਿਆਂ ਹੋਇਆਂ ਆਪਣੇ ਜੀਵਨ ਦੇ ਅੰਦਰ ਨਾਮ ਧਨ ਖੱਟਦੇ ਨੇ, ਔਰ ਨਾਮ ਪਦਾਰਥ ਪਾਇਆ। ਜਿਹੜਾ ਉਹਨਾਂ ਨਾਮ ਪਦਾਰਥ ਹਾਸਲ ਕੀਤਾ, ਅਟੁੱਟ ਭਰੇ ਭੰਡਾਰ, ਉਹਦੇ ਭੰਡਾਰ ਅਟੁੱਟ ਹੀ ਭਰੇ ਰਹਿੰਦੇ ਨੇ, ਉਹਨਾਂ 'ਚ ਕਦੇ ਟੋਟ ਨਹੀਂ ਆਈ। ਚਾਹੇ ਉਹ ਕੋਈ ਜਿੰਨਾ ਮਰਜ਼ੀ ਖਰਚ ਲਏ, ਜਿੰਨਾ ਮਰਜ਼ੀ ਕੋਈ ਵਰਤ ਲਏ। ਗੁਰੂ ਨਾਨਕ ਸਾਹਿਬ ਜਿੱਦਣ ਤੁਰੇ ਸਨ, ਉਸ ਦਿਨ ਸਿਰਫ 2 ਸ਼ਖਸ ਨੇ, ਇੱਕ ਭਾਈ ਮਰਦਾਨਾ ਜੀ ਤੇ ਦੂਜੇ ਗੁਰੂ ਨਾਨਕ ਪਾਤਸ਼ਾਹ ਜੀ ਆਪ। ਫਿਰ ਉਹਨਾਂ ਨੇ ਨਾਮ ਦਾ ਧਨ ਵਰਤਾਉਣਾ ਸ਼ੁਰੂ ਕੀਤਾ। ਨਾਮ ਦਾ ਧਨ ਵਰਤਾਉਂਦੇ ਰਹੇ। ਤੇ ਇੱਕ ਖਿਆਲ ਕਰਿਓ, ਜਦੋਂ ਦੁਨੀਆ ਨੂੰ ਸਿੱਧਾ ਮਾਰਗ ਮਿਲੇਗਾ ਨਾ, ਸੁਭਾਵਿਕ ਜਿਹੀ ਗੱਲ ਹੈ ਦੁਨੀਆ ਸਾਡੀ ਮਿੱਤਰ ਬਣ ਕੇ ਤੁਰੇਗੀ। ਜਦੋਂ ਅਸੀਂ ਸੰਸਾਰ ਨੂੰ ਸਿੱਧੇ ਮਾਰਗ ਤੇ ਪਾਵਾਂਗੇ, ਰੱਬੀ ਚਿੰਤਨ, ਰੱਬੀ ਯਾਦ ਵਾਲੇ ਪਾਸੇ ਜੋੜਾਂਗੇ,
ਤੇ ਸੰਸਾਰ ਸੱਚਮੁੱਚ ਰੱਬੀ ਰਾਹ ਤੇ ਤੁਰਨ ਦੀ ਕੋਸ਼ਿਸ਼ ਕਰਦਾ ਹੈ, ਰੱਬੀ ਰਸਤੇ ਉੱਤੇ ਤੁਰਨ ਦਾ ਯਤਨ ਕਰਦਾ ਹੈ। ਖਿਮਾ ਕਰਿਓ ਮੈਂ ਇਹ ਲਫ਼ਜ਼ ਵਰਤਣ ਲੱਗਿਆ। ਅੱਜ ਦੇ ਸਮੇਂ ਵਿੱਚ ਜੇ ਮਨੁੱਖਤਾ ਦਾ ਜਿਹੜਾ ਧਰਮ ਤੋਂ ਵਿਸ਼ਵਾਸ ਉੱਠ ਰਿਹਾ ਨਾ, ਉਹ ਵਿਸ਼ਵਾਸ ਉੱਠਣ ਦਾ ਇੱਕ ਬੜਾ ਵੱਡਾ ਕਾਰਨ ਹੈ ਕਿ ਅਸੀਂ ਸਮਝਾ ਨਹੀਂ ਸਕੇ ਮਨੁੱਖਤਾ ਨੂੰ ਧਰਮ ਹੈ ਕੀ। ਅੱਜ ਦੇ ਸਮੇਂ ਵਿੱਚ ਜੇ ਮਨੁੱਖਾਂ ਦਾ ਵਿਸ਼ਵਾਸ ਪਰਮਾਤਮਾ ਤੋਂ ਉੱਠ ਰਿਹਾ ਤੇ ਸਾਡੇ ਕੋਲ ਇੰਨੀ ਤਾਕਤ ਜਾਂ ਇੰਨੇ ਸਾਡੇ ਕੋਲ ਬੋਲ ਨਹੀਂ ਕਿ ਅਸੀਂ ਆਪਣੇ ਬੋਲਾਂ ਦੇ ਨਾਲ ਮਨੁੱਖਤਾ ਨੂੰ ਸਮਝਾ ਸਕਦੇ ਕਿ ਪਰਮਾਤਮਾ ਅਸਲ ਵਿੱਚ ਕਹਿੰਦੇ ਕਿਹਨੂੰ ਨੇ। ਕਿਉਂਕਿ ਅਸੀਂ ਧਰਮ ਨੂੰ ਜਦੋਂ ਡਿਫਾਈਨ ਕੀਤਾ ਉਦੋਂ ਵੀ ਆਪਣੀ ਆਪਣੀ ਮਰਜ਼ੀ ਨਾਲ, ਜਦੋਂ ਰੱਬ ਨੂੰ ਡਿਫਾਈਨ ਕੀਤਾ ਉਦੋਂ ਵੀ ਆਪਣੀ ਮਰਜ਼ੀ ਦੇ ਨਾਲ, ਤੇ ਉਹ ਸਾਡੇ ਪਾਏ ਹੋਏ ਭਰਮ ਔਰ ਸਾਡੇ ਪਾਏ ਹੋਏ ਭੁਲੇਖੇ ਜਿਹੜੇ ਉਹਨਾਂ ਨੇ ਮਨੁੱਖਤਾ ਦੇ ਵਿੱਚੋਂ ਧਰਮ ਔਰ ਰੱਬ ਦੇ ਪ੍ਰਤੀ ਵਿਸ਼ਵਾਸ ਜਿਹੜਾ ਉਹ ਹਟਾ ਦਿੱਤਾ। ਮਨੁੱਖਤਾ ਦੇ ਮਨਾਂ ਵਿੱਚ ਹੁਣ ਰੱਬ ਦੇ ਪ੍ਰਤੀ ਭਰੋਸਾ ਵਿਸ਼ਵਾਸ ਉਹ ਘਟਦਾ ਗਿਆ। ਘਟਣ ਦਾ ਕਾਰਨ ਕੀ ਹੈ ਕਿ ਅਸੀਂ ਉਹਨਾਂ ਨੂੰ ਦੱਸ ਨਹੀਂ ਕਿ ਅਸਲ 'ਚ ਧਰਮ ਕੀ ਹੈ। ਹੁਣ ਖਿਆਲ ਕਰਿਓ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿਹੜਾ ਪੱਖ ਮੈਂ ਰੱਖਣ ਲੱਗਾ ਸੀ, ਗੁਰੂ ਨਾਨਕ ਸਾਹਿਬ ਤੁਰੇ, ਭਾਈ ਮਰਦਾਨਾ ਜੀ ਤੁਰੇ। ਇਹ ਦੋਵੇਂ ਸ਼ਖਸ ਨੇ, ਬਸ ਭਾਈ ਮਰਦਾਨਾ ਜੀ ਦੇ ਹੱਥ ਵਿੱਚ ਰਬਾਬ ਹੈ ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਹੱਥ ਵਿੱਚ ਆਸਾ ਤੇ ਇੱਕ ਮਾਲਕ ਦੇ ਕੱਛ 'ਚ ਕਿਤਾਬ ਹੈ। ਹੁਣ ਇਹ ਸਾਰਾ ਕੁਝ ਲੈ ਕੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਲੋਕਾਈ ਦੇ ਭ੍ਰਮਣ ਵਾਸਤੇ, ਪ੍ਰਚਾਰਕ ਫੇਰੀਆਂ ਵਾਸਤੇ ਚੱਲ ਪਏ। ਭਟਕੇ ਹੋਏ ਲੋਕਾਂ ਨੂੰ ਸਿੱਧੇ ਮਾਰਗ ਤੇ ਤੋਰਨ ਲਈ, ਸਿੱਧੇ ਰਸਤੇ ਤੇ ਪਾਉਣ ਲਈ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਚੱਲੇ। ਹੁਣ ਜਾ ਕੇ ਕੱਲੇ ਇਲਾਕੇ ਦੇ ਵਿੱਚ ਬਾਬੇ ਨੇ ਹੋਕਾ ਰੱਬ ਦੇ ਨਾਮ ਦਾ ਲਾਇਆ। ਗੁਰੂ ਨਾਨਕ ਸਾਹਿਬ ਨੇ ਆਵਾਜ਼ਾਂ ਉਸ ਅਕਾਲ ਪੁਰਖ ਪਰਮੇਸ਼ਵਰ ਦੇ ਘਰ ਦਾ ਲਾਇਆ, ਰੱਬੀ ਆਵਾਜ਼ਾਂ ਲਾਇਆ। ਜਦੋਂ ਰੱਬੀ ਆਵਾਜ਼ਾਂ ਗੁਰੂ ਨਾਨਕ ਸਾਹਿਬ ਲਾਉਂਦੇ, ਲੋਕਾਈ ਬਹਿ ਕੇ ਸੁਣਦੀ ਹੈ ਵੀ ਅੱਜ ਉਹ ਬਾਣੀ ਸਾਨੂੰ ਸੁਣਨ ਨੂੰ ਮਿਲੀ ਜਿਹੜੀ ਸਾਡੇ ਭਟਕਦੇ ਹਿਰਦਿਆਂ ਨੂੰ ਠਾਰਨ ਵਾਲੀ ਹੈ। ਨਹੀਂ ਤੇ ਅੱਜ ਤੱਕ ਜਿਹਦੇ ਕੋਲੋਂ ਵੀ ਸੁਣਿਆ ਉਹਨੇ ਸਾਡੇ ਥੋੜੇ ਬਹੁਤੇ ਸ਼ਾਂਤਮਈ ਹਿਰਦਿਆਂ ਦੇ ਵਿੱਚ ਵੀ ਉਹਨੇ ਤਰਤੱਲੀ ਪਾ ਕੇ ਰੱਖ ਦਿੱਤੀ ਹੈ। ਅੱਜ ਪਹਿਲਾ ਸ਼ਖਸ ਸੰਸਾਰ ਤੇ ਸਾਨੂੰ ਮਿਲਿਆ ਜਿਨ੍ਹਾਂ ਆ ਕੇ ਸਾਡੇ ਭਟਕਦੇ ਮਨ ਨੂੰ, ਅੱਗ ਵਿੱਚ ਸੜਦੇ ਹੋਏ ਮਨ ਨੂੰ ਅੱਜ ਸਕੂਨ ਭਰੇ ਸ਼ਬਦ ਦਿੱਤੇ ਨੇ। ਹੁਣ ਜਦੋਂ ਸਕੂਨ ਭਰੇ ਸ਼ਬਦ ਸੰਸਾਰ ਸੁਣਦਾ ਹੈ ਤੇ ਉਹ ਸ਼ਬਦਾਂ ਨੂੰ ਸੁਣ ਕੇ, ਬਾਬੇ ਦੀ ਵਿਚਾਰ ਨੂੰ ਸੁਣ ਕੇ ਤੇ ਦੁਨੀਆ ਫਿਰ ਰੱਬੀ ਰਾਹ ਵਾਲੇ ਪਾਸੇ ਤੁਰਦੀ ਹੈ। ਤੇ ਉਹੀ ਭੰਡਾਰਾ ਜਿਹਨੂੰ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਲੈ ਕੇ ਤੁਰੇ, ਦੋਵੇਂ ਜਣੇ ਲੈ ਕੇ ਤੁਰੇ, ਵੰਡਣਾ ਸ਼ੁਰੂ ਕੀਤਾ। ਵੰਡਦਿਆਂ ਉਹ ਭੰਡਾਰਾ ਛਕਣ ਵਾਲਿਆਂ ਦੀ ਗਿਣਤੀ ਇੰਨੀ ਵੱਧਦੀ ਗਈ, ਉਹ ਜਿੱਥੇ ਭੰਡਾਰਾ ਛਕਣ ਵਾਲਿਆਂ ਦੀ ਗਿਣਤੀ ਵਧੀ ਉੱਥੇ ਭੰਡਾਰੇ ਵਿੱਚ ਕਮੀ ਨਹੀਂ ਆਈ, ਭੰਡਾਰਾ ਵੀ ਦਿਨ ਬ ਦਿਨ ਵੱਧਦਾ ਹੀ ਗਿਆ। ਜਿੰਨਿਆਂ ਨੇ ਛਕਿਆ ਓਨਾ ਹੀ ਭੰਡਾਰੇ 'ਚ ਵਾਧਾ ਹੋਇਆ, ਜਿੰਨਿਆਂ ਨੇ ਇਹਨੂੰ ਗ੍ਰਹਿਣ ਕੀਤਾ ਓਨਾ ਹੀ ਇਹਦੇ 'ਚ ਵਾਧਾ ਹੋਇਆ, ਇਹਦੇ 'ਚ ਕਮੀ ਕਦੇ ਨਹੀਂ ਆਈ। ਬਾਬੇ ਨਾਨਕ ਨੇ ਜਦੋਂ ਵਰਤਾਇਆ ਖੁੱਲੇ ਦਿਲ ਨਾਲ ਵਰਤਾਇਆ, ਨਾ ਤੇ ਗੁਰੂ ਨਾਨਕ ਦੇ ਘਰ 'ਚ ਸੰਸਾਰਕ ਪ੍ਰਸ਼ਾਦੇ ਦੀ ਕਮੀ ਆਈ, ਤੇ ਜਿੱਦਣ ਬਾਬੇ ਨਾਨਕ ਦੇ ਘਰ 'ਚ ਸ਼ਬਦ ਦੇ ਲੰਗਰ ਦੀ ਬਾਤ ਆਉਂਦੀ ਹੈ ਤੇ ਸ਼ਬਦ ਦੇ ਲੰਗਰ ਦੀ ਵੀ ਕਦੇ ਕਮੀ ਨਹੀਂ ਜੇ ਆਈ। ਬਸ ਗੱਲ ਹੈ ਸਾਨੂੰ ਛਕਣਾ ਆਉਣਾ ਚਾਹੀਦਾ। ਕਿ ਜੇ ਆਪਾਂ ਗੁਰੂ ਕੇ ਲੰਗਰ 'ਚ ਜਾ ਕੇ ਬੈਠ ਜਾਈਏ ਪ੍ਰਸ਼ਾਦਾ ਛਕਣ ਵਾਸਤੇ, ਤੇ ਸਾਨੂੰ ਕਦੇ ਆਖਿਆ ਵੀ ਜਾ ਚਲਾ ਜਾ ਉੱਠ ਕੇ, ਹੁਣ ਸਾਡੇ ਕੋਲ ਹੈ ਨਹੀਂ, ਤੈਨੂੰ ਦੇ ਨਹੀਂ ਸਕਦੇ, ਜਿੰਨਾ ਮਰਜ਼ੀ ਬਹਿ ਕੇ ਛਕ ਲਈਏ, ਇੱਕ ਵਾਰੀ ਛਕੀਏ, ਦੋ ਵਾਰੀ ਛਕੀਏ, ਚਾਰ ਵਾਰੀ ਛਕੀਏ, ਕਿਸੇ ਮਨਾ ਨਹੀਂ ਕਰਨਾ ਵੀ ਚਲਾ ਜਾ, ਤੂੰ ਕਿੱਥੇ ਬੈਠਾ। ਤੇ ਜਦੋਂ ਸ਼ਬਦ ਦੇ ਲੰਗਰ ਦੀ ਬਾਤ ਆਉਂਦੀ ਹੈ ਤੇ ਕਿਸੇ ਨੇ ਇਹ ਥੋੜੀ ਕਹਿਣਾ ਵੀ ਤੂੰ ਸ਼ਬਦ ਦਾ ਲੰਗਰ ਇੱਕੋ ਵਾਰੀ ਛਕਣਾ, ਬੈਠਾ ਭਾਵੇਂ ਸਾਰਾ ਦਿਨ ਹੀ ਛਕੀ ਚੱਲ। ਤੋਟ ਕਿਸੇ ਵਿੱਚ ਵੀ ਨਹੀਂ, ਨਾ ਪ੍ਰਸ਼ਾਦਿਆਂ ਦੇ ਲੰਗਰ 'ਚ ਤੇ ਨਾ ਸ਼ਬਦ ਦੇ ਲੰਗਰ 'ਚ, ਕਿਉਂਕਿ ਇੱਥੇ ਦੋਵੇਂ ਹੀ ਲੰਗਰ ਚੱਲਦੇ ਨੇ, ਗੁਰੂ ਕੇ ਸ਼ਬਦ ਦਾ ਵੀ, ਹਰ ਧਨ ਦਾ ਵੀ, ਤੇ ਸੰਸਾਰਕ ਪੇਟ ਦੀ ਪੂਰਤੀ ਵਾਸਤੇ ਵੀ ਲੰਗਰ ਚੱਲਦਾ। ਇੱਕ ਨਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਵੇਲੇ ਇਤਿਹਾਸਕ ਘਟਨਾ, ਜਦੋਂ
ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਲੰਗਰ ਚੱਲਦੇ ਨੇ। ਗੁਰੂ ਨਾਨਕ ਦੇ ਲੰਗਰ ਚੱਲੇ, ਕਈਆਂ ਨੂੰ ਆਰਾਮ ਵੀ ਮਿਲਿਆ ਪਰ ਕਈਆਂ ਨੂੰ ਤਕਲੀਫ ਵੀ ਹੋਈ। ਸ਼ਬਦ ਦੇ ਲੰਗਰ ਤੋਂ ਵੀ ਤਕਲੀਫ ਹੋਈ ਤੇ ਪ੍ਰਸ਼ਾਦਿਆਂ ਦੇ ਲੰਗਰ ਤੋਂ ਵੀ ਤਕਲੀਫ। ਕਈਆਂ ਨੂੰ ਸਕੂਨ ਵੀ ਮਿਲਿਆ, ਕਿਉਂਕਿ ਜਿਨ੍ਹਾਂ ਸ਼ਬਦ ਦਾ ਲੰਗਰ ਛਕਿਆ ਉਹਨਾਂ ਨੂੰ ਹਿਰਦੇ ਕਰਕੇ ਸਕੂਨ ਮਿਲਿਆ। ਤੇ ਜਿਹੜੇ ਪੇਟ ਕਰਕੇ ਭੁੱਖੇ ਸੌਂਦੇ ਸਨ, ਜਿਨ੍ਹਾਂ ਦੀਆਂ ਲੋੜਾਂ ਨਹੀਂ ਸੀ ਪੂਰੀਆਂ ਹੁੰਦੀਆਂ, ਉਹਨਾਂ ਆ ਕੇ ਜਦੋਂ ਭੋਜਨ ਛਕਿਆ ਸਕੂਨ ਉਹਨਾਂ ਨੂੰ ਵੀ ਮਿਲਿਆ। ਉਹਨਾਂ ਤੇ ਗੁਣ ਗਾਉਣੇ ਹੀ ਨੇ ਨਾ। ਜਿਨ੍ਹਾਂ ਦੇ ਤਪਦੇ ਹਿਰਦਿਆਂ ਨੂੰ ਸਕੂਨ ਮਿਲਿਆ, ਉਹਨਾਂ ਨੇ ਜਦੋਂ ਸ਼ਬਦ ਦਾ ਲੰਗਰ ਛਕਿਆ ਸਕੂਨ ਮਿਲਿਆ। ਉਹ ਗੁਰੂ ਨਾਨਕ ਦੇ ਘਰ ਦੇ ਬਾਤਾਂ ਪਾਉਂਦੇ, ਗੁਰੂ ਨਾਨਕ ਦੇ ਘਰ ਦੀ ਵਡਿਆਈ ਗਾਉਂਦੇ। ਤੇ ਜਿਹੜੇ ਪੇਟ ਕਰਕੇ ਭੁੱਖੇ ਰਹਿਣ ਵਾਲੇ ਨੇ, ਜਦੋਂ ਉਹਨਾਂ ਦੇ ਪੇਟ ਦੀ ਪੂਰਤੀ ਹੁੰਦੀ ਹੈ ਤੇ ਸੁਭਾਵਿਕ ਜਿਹੀ ਗੱਲ ਹੈ ਉਹਨਾਂ ਵੀ ਗੁਰੂ ਨਾਨਕ ਦੇ ਘਰ ਦੀ ਵਡਿਆਈ ਕਰਨੀ। ਪਰ ਕੁਝ ਕੁ ਸ਼ਖਸ ਐਸੇ ਨੇ ਜਿਨ੍ਹਾਂ ਨੂੰ ਤਕਲੀਫ ਵੀ ਹੋਈ। ਉਹਨਾਂ ਨੂੰ ਸ਼ਬਦ ਦੇ ਲੰਗਰ ਤੋਂ ਵੀ ਤਕਲੀਫ ਹੋਈ, ਕਿਉਂਕਿ ਬਾਬੇ ਦਾ ਜਿਹੜਾ ਸ਼ਬਦ ਦਾ ਲੰਗਰ ਸੀ ਉਹਨੇ ਸੱਚ ਦਾ ਹੋਕਾ ਦਿੱਤਾ। ਗੁਰੂ ਨਾਨਕ ਨੇ ਸਮਤਾ ਦੀ ਗੱਲ ਕੀਤੀ, ਗੁਰੂ ਨਾਨਕ ਨੇ ਸਾਂਝੀਵਾਲਤਾ ਦੀ ਗੱਲ ਕੀਤੀ, ਤੇ ਸਾਂਝੀਵਾਲਤਾ ਦੀ ਗੱਲ ਸਾਰਿਆਂ ਨੂੰ ਨਹੀਂ ਪਚੀ। ਤੇ ਜਦੋਂ ਬਾਬੇ ਨਾਨਕ ਦੇ ਲੰਗਰ ਸੰਸਾਰਿਕ ਤੌਰ ਵਾਲੇ ਪ੍ਰਸ਼ਾਦੇ ਦੀ ਬਾਤ ਕਰਾਂਗੇ, ਹੁਣ ਬਾਬੇ ਨੇ ਉਹ ਲੰਗਰ ਚਲਾਏ, ਹਰ ਲੋੜਵੰਦ ਆ ਕੇ ਬਹਿੰਦਾ ਰਿਹਾ, ਜਿਹਨੂੰ ਭੁੱਖ ਲੱਗੀ ਉਹੀ ਆ ਕੇ ਬੈਠਦਾ ਰਿਹਾ। ਪਰ ਕੁਝ ਕੁ ਐਸੇ ਵੀ ਜਿਨ੍ਹਾਂ ਨੂੰ ਉਹ ਵੀ ਲੰਗਰ ਜਿਹੜਾ ਉਹ ਨਾ ਚੰਗਾ ਲੱਗਾ। ਨਾ ਚੰਗਾ ਲੱਗਣ ਦਾ ਕਾਰਨ ਉਹਨਾਂ ਦੇ ਮਨਾਂ 'ਚ ਅਜੇ ਜਾਤ ਪਾਤ ਦਾ ਵਿਤਕਰਾ, ਊਚ ਨੀਚ ਦੀ ਭਾਵਨਾ ਅਜੇ ਮੌਜੂਦ ਹੈ। ਜਿਹੜੇ ਇਹ ਕਹਿੰਦੇ ਨੇ ਜੇ ਸਾਨੂੰ ਛਕਾਉਣਾ ਤੇ ਸਾਡੀ ਲਾਈਨ ਪੰਗਤ ਅਲੱਗ ਲਾਈ ਜਾਏ, ਜੇ ਸਾਨੂੰ ਛਕਾਉਣਾ ਤੇ ਸਾਡਾ ਭੋਜਨ ਅਲੱਗ ਤਿਆਰ ਹੋਵੇ, ਜੇ ਸਾਨੂੰ ਛਕਾਉਣਾ ਤੇ ਸਾਨੂੰ ਬਿਠਾਇਆ ਵੀ ਉੱਚੇ ਥਾਂ ਤੇ ਜਾਵੇ। ਤੇ ਬਾਬਾ ਕਹਿੰਦਾ ਵੀ ਸੱਜਣਾ ਆ ਵਿਤਕਰਾ ਮੈਂ ਨਹੀਂ ਕਰ ਸਕਦਾ, ਤੁਸੀਂ ਜਿੱਥੇ ਜਾਣਾ ਚਲੇ ਜਾਓ। ਵਿਰੋਧ ਕੀਤਾ ਅਗਲਿਆਂ। ਨਾ ਸ਼ਬਦ ਦਾ ਲੰਗਰ ਉਹਨਾਂ ਨੂੰ ਚੰਗਾ ਲੱਗਾ ਤੇ ਨਾ ਸੰਸਾਰਕ ਲੰਗਰ। ਪਰ ਬਾਬੇ ਨੇ ਦੋਵੇਂ ਹੀ ਲੰਗਰ ਚਲਾਏ, ਸ਼ਬਦ ਦਾ ਲੰਗਰ ਵੀ ਚਲਾਇਆ, ਕਿਉਂਕਿ ਬਾਬੇ ਨੇ ਜਦੋਂ ਸ਼ਬਦ ਦਾ ਲੰਗਰ ਚਲਾਇਆ ਨਾ, ਉਹਨੇ ਕਰਮ ਕਾਂਡ ਉੱਤੇ ਚੋਟ ਕੀਤੀ। ਤੇ ਜਿਹੜੇ ਕਰਮ ਕਾਂਡੀ ਸਨ, ਸੁਭਾਵਿਕ ਜਿਹੀ ਗੱਲ ਹੈ ਉਹਨਾਂ ਵਿਰੋਧ ਕਰਨਾ। ਤੇ ਜਦੋਂ ਗੁਰੂ ਕੇ ਲੰਗਰ ਸੰਸਾਰਕ ਤੌਰ ਵਾਲੇ ਚੱਲੇ, ਉਹਨਾਂ ਲੰਗਰਾਂ ਨੇ ਵੀ ਸੰਸਾਰਕ ਵਿਤਕਰਿਆਂ ਉੱਤੇ ਚੋਟ ਕੀਤੀ। ਹੁਣ ਜਿਹੜੇ ਵਿਤਕਰੇ ਪਾਉਣ ਵਾਲੇ ਸਨ ਉਹਨਾਂ ਨੂੰ ਨਾ ਚੰਗਾ ਲੱਗਾ, ਉਹਨਾਂ ਫੇਰ ਵਿਰੋਧ ਕੀਤਾ। ਗੁਰੂ ਰਾਮਦਾਸ ਪਾਤਸ਼ਾਹ ਦੇ ਵੇਲੇ ਵੀ ਵਿਰੋਧ ਕਰਨ ਵਾਲੇ ਨੇ। ਹੁਣ ਉਹਨਾਂ ਦੇ ਵਿੱਚ ਇੱਕ ਤਪਾ, ਆਪਾਂ ਅਕਸਰ ਸਤਿਗੁਰੂ ਜੀ ਦੀ ਜਦੋਂ ਬਾਣੀ ਪੜ੍ਹਦੇ ਆ ਨਾ, ਤੇ ਮਾਲਕ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਬਚਨ ਹੈ, ਜਿੱਥੇ ਸਤਿਗੁਰੂ ਨੇ ਉਹ ਸਾਰੀ ਦੀ ਸਾਰੀ ਘਟਨਾ ਨੂੰ ਰੱਖਿਆ ਆਪਣੇ ਪਾਵਨ ਮੁਖਾਰ ਬਿੰਦ ਤੋਂ ਉਚਾਰ ਕੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਇਤਿਹਾਸਕ ਪੱਖ ਹੈ ਤੇ ਉਹਦੇ ਵਿੱਚ ਸਤਿਗੁਰੂ ਆਖਦੇ ਨਾ, ਤਪਾ ਨਾ ਹੋਵੀ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰੈ ਜਜਮਾਲਿਆ। ਇਹ ਲੋਭੀ ਹੈ, ਅਸੀਂ ਇਹਨੂੰ ਤਪਾ ਨਹੀਂ ਕਹਿ ਸਕਦੇ, ਕਿਉਂਕਿ ਜਿੱਥੇ ਥੋੜਾ ਧਨ ਵੇਖਿਆ ਤਿੱਥੇ ਤਪਾ ਭਿੱਟੈ ਨਹੀਂ। ਜਿੱਥੇ ਉਹਨੇ ਥੋੜਾ ਧਨ ਵੇਖਿਆ ਨਾ, ਉੱਥੇ ਉਹ ਆਇਆ ਕੋਈ ਨਹੀਂ। ਤੇ ਜਦੋਂ ਬਹੁਤਾ ਧਨ ਵੇਖਿਆ ਫਿਰ ਤਪੈ ਧਰਮ ਹਾਰਿਆ, ਆਪਣਾ ਧਰਮ ਤੱਕ ਹਾਰਤਾ ਉਹਨੇ। ਧਰਮ ਛੱਡਣ ਨੂੰ ਵੀ ਤਿਆਰ ਹੋ ਗਿਆ ਆਪਣਾ। ਜਿਹੜਾ ਅਜੇ ਤੱਕ ਇਹ ਹੋਕਾ ਲਾਉਂਦਾ ਫਿਰਦਾ ਸੀ ਕਿ ਮੈਂ ਉੱਚ ਜਾਤੀ ਦਾ ਮਾਲਕ ਹਾਂ ਤੇ ਮੈਂ ਉਸ ਲੰਗਰ 'ਚ ਜਾ ਕੇ ਨਹੀਂ ਬਹਿ ਸਕਦਾ ਜਿੱਥੇ ਮਾੜੇ ਤੇ ਨੀਵੇਂ ਬਹਿੰਦੇ ਨੇ, ਮੈਂ ਉੱਥੇ ਹੀ ਜਾ ਕੇ ਬੈਠਾਂਗਾ ਜਿੱਥੇ ਉੱਚੇ ਬੈਠਦੇ। ਜਿੱਦਣ ਪਤਾ ਲੱਗਾ ਵੀ ਉੱਥੇ ਉਸ ਮਿਲਦੀ ਸੋਨੇ ਦੀ ਮੋਹਰ ਇੱਕ ਨਹੀਂ ਪੰਜ ਮਿਲਦੀਆਂ ਨੇ, ਤੇ ਉਦੋਂ ਆ ਕੇ ਫਿਰ ਆਪਣੇ ਪੁੱਤ ਨੂੰ ਬਿਠਾਉਂਦਾ ਵੀ ਜਾ ਪੁੱਤਰਾ ਤੂੰ ਲੰਗਰ 'ਚ ਜਾ ਕੇ ਬਹਿ, ਪ੍ਰਸ਼ਾਦਾ ਛਕੀ ਤੇ ਨਾਲੇ ਧਨ ਲੈ ਕੇ ਆ। ਉਹ ਧਰਮ ਵੀ ਗਵਾਤਾ ਆਪਣਾ। ਹੁਣ ਉੱਥੋਂ ਸੰਸਾਰਕ ਤੌਰ ਤੇ ਭੋਜਨ ਵੀ ਮਿਲਿਆ, ਸੰਸਾਰਕ ਧਨ ਵੀ ਮਿਲਿਆ, ਪਰ ਜਦੋਂ ਸ਼ਬਦ ਦਾ ਲੰਗਰ ਲੱਗਦਾ ਉਦੋਂ ਮਨ ਦਾ ਜਿਹੜਾ ਭੋਜਨ ਹੈ ਉਹ ਵੀ ਮਿਲਦਾ, ਤੇ ਜਿਹੜਾ ਰੱਬ ਦਾ ਨਾਮ ਰੂਪੀ ਧਨ ਹੈ ਨਾ, ਉਸ ਧਨ ਦੀ ਵੀ ਪ੍ਰਾਪਤੀ ਹੁੰਦੀ। ਪਰ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੀ ਵਿਚਾਰ ਕੀਤੀ। ਜਿਨ੍ਹਾਂ ਵਿਚਾਰ ਕਰ ਲਈ ਫਿਰ ਕਹਿੰਦੇ ਨਾਮ ਪਦਾਰਥ ਪਾਇਆ, ਉਹਨਾਂ ਨੇ ਰੱਬ ਦਾ ਨਾਮ ਰੂਪੀ ਪਦਾਰਥ ਹਾਸਲ ਕਰ ਲਿਆ। ਅਟੁੱਟ ਭਰੇ ਭੰਡਾਰ, ਤੇ ਉਹਨਾਂ ਦੇ ਵੀ ਭੰਡਾਰੇ ਜਿਹੜੇ ਉਹ ਸਦਾ ਵਾਸਤੇ ਅਟੁੱਟ ਭਰ ਜਾਂਦੇ ਹਨ। ਹਰ ਗੁਣ ਬਾਣੀ ਉਚਰਹਿ, ਅੰਤ ਨਾ ਪਾਰਾਵਾਰ। ਨਾਨਕ ਸਭ ਕਾਰਣ ਕਰਤਾ ਕਰੈ, ਵੇਖੈ ਸਿਰਜਨਹਾਰ।
ਹਰ ਗੁਣ ਬਾਣੀ ਉਚਰੈ। ਉਹ ਜਿਨ੍ਹਾਂ ਨੇ ਹੁਣ ਭੰਡਾਰੇ ਭਰੇ ਨੇ, ਜਿਹੜੇ ਗੁਰਮੁਖ ਨੇ, ਫਿਰ ਉਹ ਕਿਵੇਂ ਇਸ ਧਨ ਵਿੱਚ ਹੋਰ ਵਾਧਾ ਕਰਦੇ। ਖਜ਼ਾਨਾ ਮਿਲਿਆ ਵਿਰਾਸਤ ਵਿੱਚ, ਜਾਂ ਇਉਂ ਕਹਿ ਲਈਏ ਸੰਸਾਰਕ ਤੌਰ ਉੱਤੇ ਸਮਝਣ ਲਈ, ਪਿਤਾ ਦੀ ਜਾਇਦਾਦ ਪਿਤਾ ਨੇ ਦੇ ਦਿੱਤੀ, ਜਾਂ ਪਿਤਾ ਨੇ ਧਨ ਆਪਣੇ ਕੋਲੋਂ ਦੇ ਦਿੱਤਾ। ਪੁੱਤਰ ਹੁਣ ਹੋਵੇ ਐਸ਼ ਪ੍ਰਸਤੀ ਕਰਨ ਵਾਲਾ, ਤੇ ਧਨ ਬਹੁਤਾ ਚਿਰ ਉਹ ਰੱਖ ਨਹੀਂ ਸਕਦਾ। ਪੁੱਤਰ ਪਿਤਾ ਵੱਲੋਂ ਦਿੱਤੇ ਧਨ ਨੂੰ ਐਸ਼ ਪ੍ਰਸਤੀ ਵਿੱਚ ਉਡਾਉਣ ਦੀ ਬਜਾਏ ਉਹਨੂੰ ਕਾਰ ਵਿਹਾਰ ਵਿੱਚ ਲਾਵੇ, ਬਿਜ਼ਨਸ ਵਿੱਚ ਲਾਵੇ, ਕੋਈ ਵਪਾਰ ਕਰੇ, ਤੇ ਉਹ ਧਨ ਘਟਣ ਦੀ ਬਜਾਏ ਉਹਦੇ ਵਿੱਚ ਵਾਧਾ ਹੁੰਦਾ। ਹੁਣ ਜਦੋਂ ਰੱਬੀ ਧਨ ਦੀ ਗੱਲ ਕਰਾਂਗੇ ਤੇ ਇਹ ਸਾਨੂੰ ਗੁਰੂ ਨਾਨਕ ਸਾਹਿਬ ਵੱਲੋਂ ਮਿਲੀ ਹੋਈ ਵਿਰਾਸਤ ਹੈ, ਵਿਰਸੇ 'ਚ ਮਿਲੀ। ਹੁਣ ਇਸ ਧਨ ਨੂੰ ਅਸੀਂ ਜੇ ਜਿੰਨਾ ਖਰਚਾਂਗੇ ਓਨਾ ਇਹਦੇ ਵਿੱਚ ਵਾਧਾ ਹੋਏਗਾ, ਕਿਉਂਕਿ ਗੁਰੂ ਨਾਨਕ ਨੇ ਜਿੱਦਣ ਸਿਧਾਂਤ ਦਿੱਤਾ ਸੀ ਨਾ, ਤੇ ਗੁਰੂ ਨਾਨਕ ਪਾਤਸ਼ਾਹ ਨੇ ਸੰਸਾਰ ਨੂੰ ਇਹ ਸਿਧਾਂਤ ਦਿੰਦਿਆਂ ਆਖਿਆ ਸੀ ਕਿ ਆਪਣੀ ਹੱਥਾਂ ਨਾਲ ਕਿਰਤ ਕਰਨੀ ਜਿਹੜੀ ਉਹ ਕਦੇ ਤਿਆਗਿਓ ਨਾ। ਦੂਜੇ ਨੰਬਰ ਉੱਤੇ ਨਾਮ ਨੂੰ ਆਰਾਧਨਾ ਕਦੇ ਛੱਡਿਓ ਨਾ। ਹੁਣ ਇਹ ਦੋਵੇਂ ਕਰਮ ਕਰਦਿਆਂ ਹੋਇਆਂ ਤੀਜਾ ਕਦੇ ਨਾ ਭੁੱਲਿਓ, ਨਾ ਕਿਰਤ ਨੂੰ ਵੰਡ ਕੇ ਛਕਣਾ ਤੇ ਨਾ ਨਾਮ ਨੂੰ ਵੰਡ ਕੇ ਛਕਣਾ। ਇੱਕ ਕਦੇ ਨਾ ਭੁੱਲਿਓ, ਵੰਡ ਕੇ ਇਹਨਾਂ ਦੋਵਾਂ ਨੂੰ ਛਕਦੇ ਰਹਿਣਾ। ਪਹਿਲੋਂ ਕਿਰਤ ਕਰੋ, ਨਾਮ ਜਪੋ, ਕਿਰਤ ਨੂੰ ਵੀ ਵੰਡ ਕੇ ਛਕੋ ਤੇ ਨਾਮ ਜਪਦਿਆਂ ਉਹਨੂੰ ਵੀ ਵੰਡ ਕੇ ਛਕੋ। ਜਿੰਨਾ ਵੰਡ ਕੇ ਛਕੋਗੇ ਕਿਰਤ ਵਿੱਚ ਵੀ ਵਾਧਾ ਹੋਏਗਾ, ਜਿੰਨਾ ਵੰਡ ਕੇ ਛਕਾਂਗੇ ਉਹਨਾਂ ਨਾਮ ਜਪਣ ਵਿੱਚ ਵੀ ਵਾਧਾ ਹੋਏਗਾ। ਅਸੀਂ ਕਿਰਤ ਨਾਲ ਜਦੋਂ ਕਿਸੇ ਦਾ ਭਲਾ ਕਰਦੇ ਆਂ, ਧਨ ਖੱਟੇ ਨਾਲ ਕਿਸੇ ਦਾ ਭਲਾ ਕਰਦੇ ਆਂ, ਤੇ ਉਹ ਸਾਡਾ ਕੀਤਾ ਹੋਇਆ ਭਲਾ, ਸਾਡੇ ਵੱਲੋਂ ਉਹ ਖਰਚਿਆ ਹੋਇਆ ਧਨ ਕਿਸੇ ਦੀ ਸਹਾਇਤਾ ਵਾਸਤੇ, ਉਹ ਕਿਦਾਂ ਸਾਨੂੰ ਮੁੜ ਕੇ ਫਿਰ ਵਾਧੇ ਰੂਪ ਵਿੱਚ ਮਿਲਦਾ। ਅਸੀਂ ਇਸ ਤੋਂ ਭਲੀ ਭਾਂਤ ਜਾਣੂ ਆ। ਜਦੋਂ ਧਰਮ ਦਾ ਕਰਮ ਕਰਨ ਲੱਗਦੇ ਆ, ਅਸੀਂ ਕਦੇ ਇਹ ਨਹੀਂ ਸੋਚਿਆ ਧਨ ਖਰਚਾਂ ਕਿ ਨਾ ਖਰਚਾਂ, ਅਸੀਂ ਖਰਚ ਦਿੰਨੇ ਆ। ਕਦੇ ਇਹ ਨਹੀਂ ਵਿਚਾਰਿਆ ਵੀ ਮੇਰੀ ਜੇਬ 'ਚ ਹੈ ਕਿ ਨਹੀਂ ਹੈ, ਜਾਂ ਮੇਰੇ ਕੋਲ ਧਨ ਹੈ ਜਾਂ ਨਹੀਂ। ਪਰ ਜਦੋਂ ਧਰਮ ਦੀ ਜਾਂ ਕਿਸੇ ਦੇ ਭਲੇ ਦੀ ਬਾਤ ਆਈ, ਅਸੀਂ ਧਨ ਖਰਚਣ ਤੋਂ ਕਦੇ ਗੁਰੇਜ਼ ਨਹੀਂ ਕੀਤਾ। ਕਿਉਂ? ਸਾਨੂੰ ਪਤਾ ਅਸੀਂ ਧਨ ਖਰਚਾਂਗੇ, ਹੋਰ ਕੁਝ ਨਹੀਂ। ਅੱਜ ਜਿਹਨੂੰ ਦੇਣ ਲੱਗਿਆ, ਜਾਂਦਾ ਜਾਂਦਾ ਰਸਨਾ ਤੋਂ ਅਸੀਸਾਂ ਤੇ ਦੇ ਕੇ ਹੀ ਜਾਏਗਾ ਨਾ, ਤੇ ਇਹਦੀਆਂ ਅਸੀਸਾਂ ਜਿਹੜੀਆਂ ਨੇ ਉਹਨਾਂ ਕਿੱਥੇ ਤੱਕ ਲੈ ਜਾਣਾ, ਉਹਦਾ ਕੋਈ ਸਾਨੂੰ ਥਾਉ ਨਹੀਂ ਪਤਾ ਕਿ ਉਹਦੀਆਂ ਦਿੱਤੀਆਂ ਅਸੀਸਾਂ ਸਾਡੀਆਂ ਕਿੰਨਾ ਭਲਾ ਕਰ ਸਕਦੀਆਂ। ਦੂਜੀ ਗੱਲ, ਜਦੋਂ ਰੱਬ ਦੇ ਨਾਮ ਦੀ ਬਾਤ ਆਉਂਦੀ, ਉਹਦੇ ਧਨ ਦੀ ਬਾਤ ਆਉਂਦੀ, ਅਸੀਂ ਉਹਨੂੰ ਜਿੰਨਾ ਜਪਦੇ ਰਵਾਂਗੇ ਤੇ ਜਿੰਨਾ ਵੰਡ ਕੇ ਛਕਦੇ ਰਵਾਂਗੇ, ਓਨਾ ਹੀ ਉਹਦੇ 'ਚ ਫਿਰ ਵਾਧਾ ਆਉਂਦਾ। ਗੁਰੂ ਪਾਤਸ਼ਾਹ ਕਹਿੰਦੇ ਹੁਣ ਜਿਨ੍ਹਾਂ ਨੇ ਨਾਮ ਧਨ ਖੱਟਿਆ ਨਾ, ਹਰ ਗੁਣ ਬਾਣੀ ਉਚਰੈ। ਫਿਰ ਉਹ ਰੱਬ ਦੇ ਗੁਣਾਂ ਨੂੰ ਨਿਤਾ ਪ੍ਰਤੀ ਉਚਰਦੇ ਨੇ, ਨਿਤਾ ਪ੍ਰਤੀ ਉਹਦੇ ਗੁਣਾਂ ਨੂੰ ਉਚਾਰਦੇ, ਉਹਨੂੰ ਜਪਦੇ, ਉਹਨੂੰ ਆਰਾਧਦੇ, ਅੰਤ ਨਾ ਪਾਰਾਵਾਰ। ਤੇ ਫਿਰ ਕਿਸੇ ਪ੍ਰਕਾਰ ਵੀ ਅੰਤ ਪਾਰਾਵਾਰ ਜਿਹੜਾ ਉਹ ਨਹੀਂ ਮਿਲਦਾ। ਭਾਵ ਉਹਨਾਂ ਜੀਵਾਂ ਦਾ ਵੀ, ਉਹਨਾਂ ਨੇ ਜਿਨ੍ਹਾਂ ਨੇ ਰੱਬ ਦਾ ਨਾਮ ਰੂਪੀ ਧਨ ਇਕੱਠਾ ਕੀਤਾ, ਨਾਮ ਨੂੰ ਉਹਦੇ ਨੂੰ ਜਪਿਆ, ਉਹ ਜਪਣ ਵਾਲੇ ਵੀ ਅੰਤ ਪਾਰਾਵਾਰ ਤੋਂ ਪਾਸੇ ਹੋ ਜਾਂਦੇ ਨੇ। ਫਿਰ ਉਹਨਾਂ ਦੇ ਭੰਡਾਰਿਆਂ ਦਾ, ਉਹਨਾਂ ਦੇ ਖਜ਼ਾਨਿਆਂ ਦਾ ਵੀ ਕੋਈ ਅੰਤ ਤੇ ਪਾਰਾਵਾਰ ਨਹੀਂ ਮਿਲਦਾ। ਨਾਨਕ ਸਭ ਕਾਰਨ ਕਰਤਾ ਕਰੈ, ਵੇਖੈ ਸਿਰਜਣਹਾਰ। ਫਿਰ ਆਖਦੇ ਕਹਿੰਦੇ ਨਾਨਕ ਸਭ ਕਾਰਨ ਕਰਤਾ ਕਰੇ। ਹੇ ਨਾਨਕ, ਇਹ ਬਾਤ ਆਖੋ ਕਿ ਜਿੰਨੇ ਕਾਰਨ ਨੇ ਨਾ, ਉਹ ਸਾਰੇ ਦਾ ਸਾਰਾ ਕਰਤਾ ਹੀ ਕਰਨ ਵਾਲਾ। ਵੇਖਿਆ ਸਿਰਜਣਹਾਰ, ਨਾਲੇ ਕਰੀ ਵੀ ਜਾ ਰਹੇ ਆ ਉਹ ਅਕਾਲ ਪੁਰਖ ਪਰਮੇਸ਼ਵਰ ਸਾਰੇ ਦੇ ਸਾਰੇ ਕਾਰਨ, ਤੇ ਦੂਜੇ ਪਾਸੇ ਆਪ ਵੇਖੀ ਵੀ ਜਾ ਰਹੇ ਨੇ, ਸਾਰਾ ਕੁਝ ਨਿਹਾਰ ਵੀ ਰਹੇ, ਕਰ ਵੀ ਰਹੇ ਨੇ ਤੇ ਨਿਹਾਰ ਵੀ ਰਹੇ ਨੇ। ਹੁਣ ਨਿਹਾਰਨ ਤੋਂ ਭਾਵ ਸੰਭਾਲਣਾ। ਜੇ ਜੀਵ ਰੱਬ ਦੇ ਨਾਮ ਦੀ ਆਰਾਧਨਾ ਕਰ ਰਿਹਾ ਹੈ ਨਾ, ਤੇ ਆਰਾਧਨਾ ਕਰਨ ਵਾਲੇ ਨੂੰ ਵੀ ਅਕਾਲ ਪੁਰਖ ਪਰਮੇਸ਼ਵਰ ਨਿਹਾਰ ਰਹੇ ਨੇ, ਤੇ ਜਿਹੜਾ ਆਰਾਧਨਾ ਨਹੀਂ ਕਰ ਰਿਹਾ, ਨਿਹਾਰਿਆ ਉਹ ਵੀ ਜਾ ਰਿਹਾ, ਵੇਖਿਆ ਤੇ ਉਹ ਵੀ ਜਾ ਰਿਹਾ ਅਕਾਲ ਪੁਰਖ ਪਰਮੇਸ਼ਵਰ ਵੱਲੋਂ।
ਸੰਭਾਲ ਵੀ ਰੱਬ ਜੀ ਦੋਵਾਂ ਦੀ ਕਰ ਰਹੇ। ਪਰ ਜਦੋਂ ਜਿਵੇਂ ਆਪਾਂ ਸੰਸਾਰਿਕ ਤੌਰ ਉੱਤੇ ਵਿਚਰਦੇ ਆ ਨਾ, ਕਈ ਵਾਰ ਹਾਲਾਤ ਐਸੇ ਬਣ ਜਾਂਦੇ ਕਿ ਸਾਨੂੰ ਦੋ ਵਸਤੂਆਂ ਦੇ ਵਿੱਚੋਂ ਇੱਕ ਵਸਤੂ ਚੁਣਨੀ ਪੈਂਦੀ ਹੈ, ਤੇ ਫਿਰ ਅਸੀਂ ਜਦੋਂ ਉਹਨਾਂ ਦੋ ਵਸਤੂਆਂ ਚੋਂ ਚੂਜ਼ ਕਰਨ ਲੱਗਦੇ ਆ, ਅਸੀਂ ਉਸ ਵਸਤੂ ਨੂੰ ਚੂਜ਼ ਕਰਦੇ ਆ ਜਿਹਦਾ ਸਾਨੂੰ ਵੱਧ ਬੈਨੀਫਿਟ ਹੈ, ਵੱਧ ਪ੍ਰੋਫਿਟ ਹੈ, ਵੱਧ ਲਾਹਾ ਹੈ। ਅਸੀਂ ਉਹ ਵਸਤੂ ਚੂਜ਼ ਕੀਤੀ ਜਿਹਦਾ ਸਾਨੂੰ ਭਲਾ ਸੀ, ਜਿਹਦੇ ਨਾਲ ਸਾਡਾ ਫਾਇਦਾ ਸੀ। ਅਸੀਂ ਉਸ ਵਸਤੂ ਨੂੰ ਛੱਡ ਦਿੱਤਾ ਜਿਹੜੀ ਨੁਕਸਾਨ ਵਾਲੀ। ਜਦੋਂ ਰੱਬ ਦੇ ਸਾਹਮਣੇ ਇਹ ਵਿਚਾਰ ਰੱਖਾਂਗੇ ਨਾ ਵੀ ਰੱਬ ਜੀ ਹੁਣ ਦੋ ਸ਼ਖਸ ਨੇ, ਇੱਕ ਉਹ ਹੈ ਜਿਹੜਾ ਤੁਹਾਡੀ ਆਰਾਧਨਾ ਕਰਨ ਵਾਲਾ, ਤੁਸੀਂ ਉਹਨੂੰ ਵੀ ਵੇਖ ਰਹੇ, ਉਹਦੀ ਸੰਭਾਲ ਵੀ ਕਰ ਰਹੇ। ਇੱਕ ਉਹ ਹੈ ਜਿਹੜਾ ਤੁਹਾਡੀ ਆਰਾਧਨਾ ਕਰਨ ਵਾਲਾ ਨਹੀਂ, ਤੁਹਾਡੀ ਯਾਦ ਵਿੱਚ ਜੁੜਨ ਵਾਲਾ ਨਹੀਂ, ਤੁਸੀਂ ਸੰਭਾਲ ਉਹਦੀ ਵੀ ਕਰ ਰਹੇ ਹੋ। ਤੇ ਜੇ ਹੁਣ ਰੱਬ ਜੀ ਨੂੰ ਇਹ ਆਖਿਆ ਜਾਏ ਵੀ ਦੋਵਾਂ ਵਿੱਚੋਂ ਇੱਕ ਦੀ ਸੰਭਾਲ ਕਰਨੀ ਹੈ, ਤੇ ਗੁਰਬਾਣੀ ਨੇ ਇਸ ਗੱਲ ਦੀ ਪ੍ਰੋੜਤਾ ਕੀਤੀ ਕਿ ਉਹ ਅਕਾਲ ਪੁਰਖ ਪਰਮੇਸ਼ਵਰ ਉਹਨਾਂ ਨੂੰ ਚੁਣਦਾ, ਭਗਤਾਂ ਦੀ ਸਦਾ ਤੂੰ ਰੱਖਦਾ, ਧੁਰ ਤੋਂ ਰੱਖਦਾ ਆਇਆ। ਫਿਰ ਉਹ ਉਹਨਾਂ ਨੂੰ ਚੁਣਦਾ ਜਿਹੜੇ ਉਹਨੂੰ ਆਰਾਧਨ ਵਾਲੇ, ਉਹਨੂੰ ਜਪਣ ਵਾਲੇ, ਉਹਦੀ ਆਰਾਧਨਾ ਕਰਨ ਵਾਲੇ, ਜਿਨ੍ਹਾਂ ਕੋਲ ਰੱਬੀ ਨਾਮ ਦਾ ਧਨ ਹੈ। ਫਿਰ ਰੱਬ ਉਹਨਾਂ ਨੂੰ ਸੰਭਾਲਦਾ। ਦੂਜਿਆਂ ਨੂੰ ਤੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਉਹਨਾਂ ਨੂੰ ਪਿੱਠ ਕਰਕੇ ਆ ਜਾਂਦੇ ਨੇ ਤੇ ਮੁਖ ਨਾਲ ਲਾਉਂਦੇ ਫਿਰ ਉਹਨਾਂ ਨੂੰ ਜਿਨ੍ਹਾਂ ਨੇ ਨਾਮ ਧਨ ਨੂੰ ਇਕੱਠਿਆਂ ਕੀਤਾ, ਨਾਮ ਧਨ ਆਰਾਧਿਆ, ਨਾਮ ਧਨ ਜਪਿਆ, ਨਾਮ ਧਨ ਜਿਨ੍ਹਾਂ ਨੇ ਜੋੜਿਆ। ਨਾਨਕ ਸਭ ਕਾਰਨ ਕਰਤਾ ਕਰੈ, ਵੇਖੈ ਸਿਰਜਣਹਾਰ। ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ। ਇਸ ਸ਼ਲੋਕ ਨੂੰ ਸਮਝਣ ਵਾਸਤੇ ਨਾ ਮੈਂ ਇੱਕ ਸੰਸਾਰਕ ਪੱਖ ਨਾਲ ਰੱਖਦਾ ਚੱਲਾਂ। ਗਰੀਬ ਇਨਸਾਨ ਜਦੋਂ ਤੁਰਦਾ ਹੈ ਨਾ, ਆਰਥਿਕ ਪੱਖੋਂ ਹਾਲਾਤ ਜਿਹਦੇ ਮਾੜੇ ਨੇ, ਉਹ ਤੁਰਦਾ ਤੇ ਉਹ ਬੜਾ ਨੀਵਾਂ ਜਿਹਾ ਹੋ ਕੇ ਤੁਰਦਾ ਹੈ। ਤੇ ਇੱਕ ਉਹ ਹੈ ਜਿਹੜਾ ਆਰਥਿਕ ਹਾਲਾਤ ਜਿਹਦੇ ਬਹੁਤ ਚੰਗੇ ਨੇ, ਮਤਲਬ ਇਉਂ ਕਹਿ ਲਈਏ ਵੀ ਅਮੀਰ ਜ਼ਿਆਦਾ ਹੈ, ਉਹ ਬਹੁਤ ਚੰਗਾ ਆਰਥਿਕ ਪੱਖ, ਇਕਨੋਮਿਕਲੀ ਬਹੁਤ ਸਟਰੋਂਗ ਹੈ ਉਹ। ਜਦੋਂ ਉਹ ਇਕਨੋਮਿਕਲੀ ਸਟਰੋਂਗ ਇਸ ਇਨਸਾਨ ਤੁਰਦਾ ਨਾ, ਤੇ ਕਈ ਵੇਖਣ ਵਾਲੇ ਉਹਨੂੰ ਇਹ ਕਹਿੰਦੇ ਵੀ ਇਹਦੇ ਕੋਲ ਇੰਨਾ ਧਨ ਹੈ ਵੀ ਹੇਠਾਂ ਵੇਖਦਾ ਹੀ ਨਹੀਂ, ਇਹ ਸਾਰਾ ਦਿਨ ਅਰਸ਼ਾਂ 'ਚ ਹੀ ਰਹਿੰਦਾ ਹੈ, ਮਤਲਬ ਆਕਾਸ਼ 'ਚ ਹੀ ਰਹਿੰਦਾ, ਇਹਨੂੰ ਥੱਲੇ ਪਰਵਾਹ ਹੀ ਨਹੀਂ ਕੀ ਹੋ ਰਿਹਾ ਕੀ ਨਹੀਂ, ਇਹਨੂੰ ਕੋਈ ਚਿੰਤਾ ਨਹੀਂ। ਮੈਂ ਪੱਖ ਤਾਂ ਰੱਖਿਆ ਕਿਉਂਕਿ ਸਤਿਗੁਰੂ ਨੇ ਗੱਲ ਕੀਤੀ ਗੁਰਮੁਖਾਂ ਦੀ, ਤੇ ਜਦੋਂ ਗੁਰਮੁਖਾਂ ਦੀ ਬਾਤ ਕੀਤੀ ਨਾ, ਮਾਲਕ ਪਾਤਸ਼ਾਹ ਨੇ ਗੁਰਮੁਖਾਂ ਦੀ ਗੱਲ ਕਰਦਿਆਂ ਨਾਲ ਇਹ ਵੀ ਆਖਿਆ ਮਨ ਚੜਿਆ ਦਸਵੇਂ ਆਕਾਸ਼। ਹੁਣ ਜਿਨ੍ਹਾਂ ਗੁਰਮੁਖਾਂ ਨੇ ਨਾਮ ਧਨ ਇਕੱਠਾ ਕੀਤਾ, ਉਹਨਾਂ ਕੋਲ ਇੰਨਾ ਕੁ ਨਾਮ ਧਨ ਜੁੜ ਗਿਆ ਕਿ ਹੁਣ ਮਨ ਚੜਿਆ ਦਸਵੇਂ ਆਕਾਸ਼। ਹੁਣ ਉਹ ਆਕਾਸ਼ 'ਚ ਹੀ ਰਹਿੰਦੇ, ਥੱਲੇ ਜੋ ਮਰਜ਼ੀ ਹੋਈ ਜਾਏ, ਪਰਵਾਹ ਹੀ ਕੋਈ ਨਹੀਂ। ਜਿਵੇਂ ਮਾਇਆ ਧਾਰੀ ਬੰਦਾ ਅਸੀਂ ਕਹਿ ਦਿੰਨੇ ਆ ਨਾ ਵੀ ਉਹਨੂੰ ਨਾ ਕੋਈ ਗਰੀਬ ਦਿਸਦਾ ਨਾ ਕੋਈ ਮਾੜਾ ਦਿਸਦਾ, ਉਹ ਤੇ ਆਪਣੀਆਂ ਹੀ ਹਵਾਵਾਂ 'ਚ ਆਕਾਸ਼ 'ਚ ਹੀ ਉੱਡਿਆ ਫਿਰਦਾ, ਉਹਨੇ ਚਾਰ ਟਕੇ ਕੀ ਜੋੜ ਲਏ, ਉਹਨੂੰ ਹੇਠਾਂ ਦਿਸਦਾ ਹੀ ਕੁਛ ਨਹੀਂ। ਤੇ ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਜਿਹੜਾ ਗੁਰੂ ਵਾਲਾ ਬਣ ਕੇ ਰੱਬ ਦਾ ਨਾਮ ਰੂਪੀ ਧਨ ਜੋੜ ਲੈਂਦਾ ਨਾ, ਉਹਦਾ ਮਨ ਆਕਾਸ਼ ਵਿੱਚ ਚੜ ਜਾਂਦਾ। ਮਨ 'ਚ ਆਕਾਸ਼, ਮਨ ਐਸਾ ਆਕਾਸ਼ 'ਚ ਚੜਿਆ ਤੇ ਹੁਣ ਨਾ ਆ ਧਰਤੀ ਤੇ ਕੀ ਹੁੰਦਾ ਫਿਰ ਉਹਨੂੰ ਪਰਵਾਹ ਨਹੀਂ ਕੋਈ। ਮਨ ਚੜਿਆ ਦਸਵੇਂ ਆਕਾਸ਼। ਦਸਵੇਂ ਆਕਾਸ਼ ਤੋਂ ਭਾਵ ਅਡੋਲ ਅਵਸਥਾ, ਸਹਿਜ ਅਵਸਥਾ, ਜਾਂ ਇਉਂ ਕਹਿ ਲਈਏ ਜਿਹਨੂੰ ਦਸਮ ਦੁਆਰ ਵੀ ਆਖਿਆ ਗੁਰਬਾਣੀ ਨੇ, ਜਿਹਨੂੰ ਸਹਿਜ ਅਵਸਥਾ ਵੀ ਆਖਿਆ, ਜਿਹਨੂੰ ਉਨ ਮਨ ਅਵਸਥਾ ਵੀ ਆਖਿਆ, ਜਿਹਨੂੰ ਚੌਥਾ ਪਦ ਵੀ ਆਖਿਆ। ਗੁਰਮੁਖ ਫਿਰ ਉਸ ਅਵਸਥਾ ਦਾ ਮਾਲਕ ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਸੱਚਖੰਡ ਦੀ ਅਵਸਥਾ ਆਖਿਆ। ਮਨ ਚੜਿਆ ਦਸਵੇਂ ਆਕਾਸ਼। ਗੁਰਮੁਖ ਜਿਹੜਾ ਗੁਰਮੁਖ ਹੈ, ਕਹਿੰਦੇ ਗੁਰਮੁਖ ਅੰਤਰ ਸਹਿਜ ਹੈ, ਅੰਦਰ ਸਹਿਜ ਬਹੁਤ ਆ ਗਿਆ। ਹੁਣ ਇੰਨਾ ਕੁ ਸਹਿਜ ਆ ਗਿਆ, ਮਨ ਚੜਿਆ ਦਸਵੇਂ ਆਕਾਸ਼, ਮਨ ਆਕਾਸ਼ ਵਿੱਚ ਚੜ ਗਿਆ। ਹੁਣ ਧਰਤੀ ਤੇ ਕੀ ਹੋ ਰਿਹਾ ਕੋਈ ਗੱਲ ਚਿੰਤਾ ਨਹੀਂ। ਉਹਨੂੰ ਦੁੱਖ ਆਵੇ ਸਹਿਜ ਵਿੱਚ, ਸੁੱਖ ਆਵੇ ਫਿਰ ਵੀ ਸਹਿਜ 'ਚ, ਵਾਧਾ ਹੋਵੇ ਫਿਰ ਵੀ ਸਹਿਜ ਵਿੱਚ, ਜੇ ਘਾਟਾ ਪੈ ਜਾਏ ਤੇ ਉਹ ਧੀਰਜ ਗਵਾਉਂਦਾ ਨਹੀਂ ਹੈ, ਉਹ ਫਿਰ ਵੀ ਧੀਰਜ ਵਿੱਚ ਹੀ ਰਹਿੰਦਾ ਹੈ। ਰਾਜਾ ਬਣ ਜਾਏ
ਤਾਂ ਵੀ ਸਹਿਜ ਵਿੱਚ, ਭੀਖ ਮੰਗਣੀ ਪੈ ਜਾਏ ਤੇ ਉਹ ਤਾਂ ਵੀ ਧੀਰਜ ਵਿੱਚ ਹੈ। ਸਗੋਂ ਇਹ ਗੱਲ ਕਹਿੰਦਾ ਹੈ ਕਿ ਅਕਾਲ ਪੁਰਖ ਪਰਮੇਸ਼ਵਰ ਜੀ, ਜੇ ਮੈਨੂੰ ਤੁਸੀਂ ਰਾਜ ਤਖਤ ਤੇ ਬਿਠਾ ਦੋਗੇ ਮੇਰਾ ਵਧਣਾ ਕੁਛ ਨਹੀਂ, ਜੇ ਮੈਨੂੰ ਭੀਖ ਮੰਗਣ ਲਾ ਦੋਗੇ ਮੇਰਾ ਘਟਣਾ ਕੁਝ ਨਹੀਂ। ਬਸ ਆਪਣਾ ਖਿਆਲ ਰੱਖਿਓ, ਕਿਉਂਕਿ ਜੇ ਮੈਂ ਰਾਜਾ ਬਣਾਂਗਾ ਤੇ ਲੋਕ ਤੁਹਾਨੂੰ ਚੰਗਾ ਕਹਿਣਗੇ, ਤੇ ਜੇ ਮੈਂ ਭੀਖ ਮੰਗਣ ਲੱਗਾਂਗਾ ਤੇ ਰੱਬ ਜੀ ਜੇ ਲੋਕਾਂ ਨੇ ਮਾੜਾ ਆਖਿਆ ਤੇ ਤੁਹਾਨੂੰ ਆਖਣਾ ਮੇਰਾ ਕੁਛ ਨਹੀਂ ਜਾਣਾ। ਕਿਉਂਕਿ ਲੋਕ ਤੇ ਇਹੀ ਕਹਿਣਗੇ ਨਾ, ਆ ਅਰਾਧਦਾ ਸੀ ਰੱਬ ਨੂੰ, ਅੱਜ ਰੱਬ ਨੂੰ ਅਰਾਧਨ ਵਾਲਾ ਭੀਖ ਮੰਗਦਾ ਫਿਰਦਾ। ਲੋਕਾਂ ਨੇ ਇਹ ਨਹੀਂ ਕਹਿਣਾ ਵੀ ਆ ਫਲਾਣੇ ਬੰਦੇ ਨੂੰ ਭੀਖ ਮੰਗਣੀ ਪੈ ਗਈ। ਸਭ ਤੋਂ ਪਹਿਲਾਂ ਜਿਵੇਂ ਬੱਚਾ ਕੋਈ ਕਰਮ ਕਰੇ, ਚੰਗਾ ਕਰੇ ਤਾਂ ਵੀ ਪਿਤਾ ਦਾ ਮਾਂ ਦਾ ਸਿਰ ਉੱਚਾ, ਕਰਮ ਮਾੜਾ ਕਰੇ ਤੇ ਬੱਚੇ ਨੂੰ ਬਾਅਦ ਵਿੱਚ ਪਹਿਲਾਂ ਉਹਦੀ ਹੀ ਪਰਵਰਿਸ਼ ਕਰਨ ਵਾਲੇ ਮਾਂ-ਬਾਪ ਉੱਤੇ ਉਂਗਲਾਂ ਚੁੱਕੀਆਂ ਜਾਂਦੀਆਂ। ਜੇ ਉਹ ਚੰਗਾ ਕਰਮ ਕਰੇ, ਇੱਕ ਦਿਨ ਐਸਾ ਆਉਂਦਾ ਜਿਸ ਦਿਨ ਮਾਂ-ਬਾਪ ਦੀ ਪਰਵਰਿਸ਼ ਨੂੰ ਲੋਕ ਚੰਗਾ ਆਖਦੇ ਨੇ ਤੇ ਲੋਕ ਇਹ ਕਹਿੰਦੇ ਵੀ ਐਸੇ ਮਾਂ-ਬਾਪ ਕਿੰਨੇ ਧਨਤਾ ਦੇ ਪਾਤਰ ਨੇ ਜਿਨ੍ਹਾਂ ਪਰਵਰਿਸ਼ ਇਸ ਔਲਾਦ ਦੀ ਕੀਤੀ। ਤੇ ਇੱਕ ਉਹ ਬੱਚਾ ਜਿਹਦੇ ਹਾਲਾਤ ਵੇਖ ਕੇ, ਕਰਮ ਵੇਖ ਕੇ ਦੁਨੀਆ ਕਹਿ ਉੱਠੀ ਕਿਤਨੇ ਭੈੜੀ ਪਰਵਰਿਸ਼ ਮਾਂ-ਬਾਪ ਵੱਲੋਂ ਕੀਤੀ ਗਈ ਹੋਵੇਗੀ ਕਿ ਔਲਾਦ ਅੱਜ ਇਹਨਾਂ ਰਸਤਿਆਂ ਤੇ ਤੁਰੀ ਫਿਰਦੀ ਹੈ। ਪੁੱਛਿਆ ਤੇ ਪਹਿਲੋਂ ਮਾਂ-ਬਾਪ ਨੂੰ ਹੀ ਜਾਂਦਾ ਨਾ। ਤੇ ਜੇ ਰੱਬ ਦੀ ਆਰਾਧਨਾ ਕਰਨ ਨਾਲ ਹਾਲਾਤ ਸਾਡੇ ਬਦਲਣਗੇ ਨਾ ਤੇ ਉਦੋਂ ਫਿਰ ਕ੍ਰੈਡਿਟ ਸਾਨੂੰ ਨਹੀਂ, ਕ੍ਰੈਡਿਟ ਉਦੋਂ ਵੀ ਰੱਬ ਨੂੰ ਜਾਏਗਾ। ਹਾਲਾਤ ਚੰਗੇ ਆਉਣਗੇ ਰੱਬ ਜੀ ਤਾਂ ਵੀ ਤੁਹਾਡੀ ਸ਼ੋਭਾ, ਹਾਲਾਤ ਮਾੜੇ ਆਉਣਗੇ ਮੇਰਾ ਕੁਛ ਨਹੀਂ ਜਾਣਾ। ਰੱਬ ਜੀ ਤੁਹਾਨੂੰ ਪੁੱਛਿਆ ਜਾਣਾ ਵੀ ਆ ਤੁਹਾਡੀ ਆਰਾਧਨਾ ਕਰਦਾ ਸੀ ਤੇ ਹਾਲਾਤ ਐਸੇ ਕਿਉਂ। ਖੈਰ ਮਾਲਕ ਜੀ ਨੇ ਆਖਿਆ, ਕਹਿੰਦੇ ਗੁਰਮੁਖਾਂ ਅੰਤਰ ਸਹਿਜ ਹੈ, ਅੰਦਰ ਸਹਿਜ ਹੈ ਅਡੋਲ ਅਵਸਥਾ। ਮਨ ਚੜਿਆ ਦਸਵੇਂ ਆਕਾਸ਼, ਉਹਨਾਂ ਦਾ ਮਨ ਆਕਾਸ਼ ਵਿੱਚ ਚੜ ਜਾਂਦਾ। ਭਾਵ ਦਸਮ ਦਵਾਰ ਦੇ ਉਹ ਪੰਧ ਹੀ ਦਸਮ ਦਵਾਰ ਦੇ ਉਹ ਮਾਲਕ ਬਣ ਜਾਂਦੇ ਨੇ, ਉਸ ਅਵਸਥਾ ਤੇ ਪਹੁੰਚ ਜਾਂਦੇ ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਸੱਚਖੰਡ ਵਸੈ ਨਿਰੰਕਾਰ। ਹੁਣ ਉਹ ਨਿਰੰਕਾਰ ਦਾ ਮਿਲਾਪ ਜਿਹੜਾ ਹਾਸਲ ਕਰ ਲੈਂਦੇ ਹਨ। ਤਿਥੈ ਊਂਘ ਨਾ ਭੁਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਹੁਣ ਜਿਹੜੀ ਅਵਸਥਾ ਤੇ ਗੁਰੂ ਅਮਰਦਾਸ ਸਾਹਿਬ ਨੇ ਜ਼ਿਕਰ ਕੀਤਾ ਨਾ, ਸਤਿਗੁਰੂ ਕਹਿੰਦੇ ਉੱਥੇ ਜਾ ਕੇ ਇੱਕ ਕਲਾ ਹੋਰ ਵਰਤਦੀ। ਕਿਉਂਕਿ ਜਦੋਂ ਆਕਾਸ਼ 'ਚ ਬੰਦਾ ਰਹਿਣ ਲੱਗ ਜਾਏ ਫਿਰ ਉਹਨੂੰ ਥੱਲੇ ਨਜ਼ਰ ਥੋੜੀ ਆਉਂਦਾ ਵੀ ਹੁਣ ਕੀ ਹੈ ਤੇ ਕੀ ਨਹੀਂ। ਮੈਂ ਇਸੇ ਲਈ ਪਹਿਲਾਂ ਸੰਸਾਰਕ ਪੱਖ ਰੱਖਿਆ ਸੀ ਕਿ ਜਿਹੜਾ ਬਹੁਤਾ ਜ਼ਿਆਦਾ ਮਾਇਆ ਧਾਰੀ ਹੋ ਜੇ ਨਾ, ਉਹ ਜ਼ਮੀਨ ਤੇ ਵੇਖ ਕੇ ਤੁਰਨਾ ਹੀ ਛੱਡ ਦਿੰਦਾ। ਉਹ ਤੇ ਇਉਂ ਤੁਰਦਾ ਜਿਵੇਂ ਆਕਾਸ਼ 'ਚ ਤੁਰਿਆ ਜਾਂਦਾ। ਹੁਣ ਉਹ ਆਪਣੇ ਪੈਰਾਂ ਥੱਲੇ ਭਾਵੇਂ ਉਹਦੇ ਕੋਈ ਆਈ ਜਾਏ ਉਹਨੂੰ ਕੋਈ ਪਰਵਾਹ ਨਹੀਂ। ਮਤਲਬ ਕੋਈ ਗਰੀਬ ਆਏ, ਕੋਈ ਗੁਰਬਾ ਆਏ, ਕੋਈ ਲੋੜਵੰਦ ਆਏ, ਉਹਨੇ ਕਿਸੇ ਨੂੰ ਨਹੀਂ ਵੇਖਣਾ। ਉਹ ਮਾਇਆ ਧਾਰੀ ਬਣ ਚੁੱਕਾ। ਉਹ ਇੰਨਾ ਕੁ ਮਾਇਆ ਧਾਰੀ ਬਣ ਚੁੱਕਾ ਹੈ ਕਿ ਹੁਣ ਉਹਨੂੰ ਬਾਕੀ ਦੁਨੀਆ ਤੇ ਸਿਰਫ ਇੱਕ ਨਿੱਕੇ ਨਿੱਕੇ ਕੀੜੇ ਨਜ਼ਰ ਆ ਰਹੀ ਹੈ ਵੀ ਮੈਂ ਇਹਨਾਂ ਨੂੰ ਪੈਰਾਂ ਹੇਠ ਜਦੋਂ ਮਰਜ਼ੀ ਲਤਾੜਦਾ। ਤੇ ਉਹਨੂੰ ਫਿਰ ਕੀ ਰਹਿ ਜਾਂਦਾ, ਨਾ ਸੁਰਤ ਰਹਿੰਦੀ ਕਿਸੇ ਚੀਜ਼ ਦੀ। ਸਾਰਾ ਦਿਨ ਉਹ ਮਾਇਆ ਮਾਇਆ ਕਰਦਾ ਹੀ ਭੱਜਿਆ ਫਿਰਦਾ। ਹੁਣ ਉਹ ਮਾਇਆ ਮਾਇਆ ਕਰਦਾ ਭੱਜਿਆ ਫਿਰਿਆ, ਨਾ ਭੋਜਨ ਦੀ ਚਿੰਤਾ ਨਾ ਸੌਣ ਦੀ ਚਿੰਤਾ। ਕਿਉਂ? ਮਾਇਆ ਕਮਾਉਣੀ। ਜੇ ਮੈਂ ਭੋਜਨ ਖਾਣ ਲੱਗ ਪਿਆ, ਛਕਣ ਲੱਗ ਪਿਆ, ਕਿਤੇ ਘਾਟਾ ਨਾ ਪੈ ਜੇ। ਮਾਇਆ ਕਮਾਉਣ ਖਾਤਰ ਪੇਟ ਦੀ ਪੂਰਤੀ ਵੀ ਛੱਡਤੀ, ਰੋਟੀ ਵੀ ਛੱਡਤੀ, ਪ੍ਰਸ਼ਾਦਾ ਵੀ ਛੱਡਤਾ। ਤੇ ਜੇ ਕਹਦੇ ਸੱਜਣਾ ਹੁਣ ਤੂੰ ਮਾਇਆ ਤੈਨੂੰ ਜਿੰਨੀ ਕਮਾ ਰਿਹਾ ਇਹ ਤੋਂ ਦੁੱਗਣੀ ਦਿੱਤੀ ਜਾਏਗੀ, ਪਰ ਰਾਤਾਂ ਵੀ ਝਾਕਣੀਆਂ ਪੈਣਗੀਆਂ, ਰਾਤਾਂ ਨੂੰ ਵੀ ਜਾਗਣਾ ਪਏਗਾ। ਮਿੰਟ ਲਾਉਂਦਾ ਇਨਸਾਨ ਰਾਤਾਂ ਝਾਕਣ ਲੱਗਾ ਵੀ ਕੋਈ ਗੱਲ ਨਹੀਂ, ਮੈਂ ਜਾਗਣ ਨੂੰ ਤਿਆਰ ਹਾਂ। ਨਾ ਨੀਂਦ ਤੇ ਨਾ ਭੁੱਖ ਮਾਇਆ ਧਾਰੀ ਬੰਦੇ ਨੂੰ। ਹੁਣ ਸਤਿਗੁਰੂ ਕਹਿੰਦੇ ਜਦੋਂ ਮਨ ਦਸਵੇਂ ਆਕਾਸ਼ 'ਚ ਚੜ ਜਾਂਦਾ ਹੈ ਨਾ, ਐਸੀ ਕਲਾ ਉਦੋਂ ਵੀ ਵਾਪਰਦੀ ਹੈ ਕਿਉਂਕਿ ਉੱਥੇ ਆ ਕੇ ਵੀ ਇਹ ਖੇਡ ਵਾਪਰਦੀ। ਤਿੱਥੈ ਊਂਘ ਨਾ ਭੁੱਖ ਹੈ, ਉੱਥੇ ਵੀ ਨਾ ਨੀਂਦ ਆਉਂਦੀ ਤੇ ਨਾ ਭੁੱਖ ਲੱਗਦੀ ਹੈ। ਉੱਥੇ ਮਾਇਆ ਦੀ ਨੀਂਦ ਨਹੀਂ, ਗਾਫਲਤਾ ਦੀ ਨੀਂਦ ਨਹੀਂ ਆਉਂਦੀ। ਉੱਥੇ ਮਾਇਆ ਦੀ ਭੁੱਖ ਨਹੀਂ ਲੱਗਦੀ। ਮਤਲਬ ਸੰਸਾਰਕ ਪਦਾਰਥਾਂ ਦੀ ਲਾਲਸਾ ਮੁੱਕ ਜਾਂਦੀ, ਰੱਜ ਜਾਂਦਾ ਬੰਦਾ
ਜਦੋਂ ਦਸਵੇਂ ਆਕਾਸ਼ 'ਚ ਪਹੁੰਚ ਜਾਂਦਾ ਹੈ। ਉਹ ਜੀਵ, ਉਹਦੇ ਜੀਵਨ ਅੰਦਰ ਉਹਨੂੰ ਤ੍ਰਿਪਤੀ ਮਿਲ ਜਾਂਦੀ ਜਦੋਂ ਸਹਿਜ ਅਵਸਥਾ ਦਾ ਮਾਲਕ। ਤਿੱਥੈ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਉਹ ਤੇ ਸਿਰਫ ਰੱਬੀ ਨਾਮ ਵਿੱਚ ਵਾਸਾ ਕਰਦਾ ਹੋਇਆ ਜਾਂ ਰੱਬੀ ਯਾਦ ਵਿੱਚ ਜੁੜਿਆ ਹੋਇਆ ਸੁੱਖਾਂ ਵਿੱਚ ਵਾਸਾ ਉਹਦਾ। ਜਿਵੇਂ ਮਾਇਆ ਧਾਰੀ ਦਾ ਮਾਇਆ 'ਚ ਵਾਸਾ ਨਾ, ਉਹਨੂੰ ਦਿਸਦਾ ਵੀ ਸਾਰੇ ਸੁੱਖ ਇਹਦੇ ਵਿੱਚ ਹੀ ਹੈ। ਉਦਾਂ ਰੱਬੀ ਯਾਦ ਵਿੱਚ ਮਸਤ ਹੋਇਆ ਦਸਵੇਂ ਦੁਆਰ ਦੇ ਉੱਤੇ ਪਹੁੰਚਿਆ, ਦਸਵੇਂ ਆਕਾਸ਼ ਵਿੱਚ ਪਹੁੰਚਿਆ ਹੋਇਆ, ਉਹਦੇ ਲਈ ਸਿਰਫ ਜੋ ਹੈ ਰੱਬੀ ਯਾਦ ਹੀ ਹੈ। ਆ ਮਿਲ ਜਾਏ ਤੇ ਉਹਦੀ ਜ਼ਿੰਦਗੀ ਬੜੀ ਸੁਖਾਲੀ ਹੈ। ਤੇ ਜੇ ਇਹਦੇ ਤੋਂ ਵਖਰੇਵਾਂ ਵਿੱਥ ਪੈ ਜਾਏ ਤੇ ਉਹਦਾ ਜਿਉਣਾ ਵੀ ਮੁਸ਼ਕਲ ਹੋ ਜਾਂਦਾ। ਸਤਿਗੁਰੂ ਕਹਿੰਦੇ ਉਹ ਅਵਸਥਾ ਐਸੀ ਹੈ ਕਿ ਉੱਥੇ ਨਾ ਤੇ ਗਾਫਲਤਾ ਦੀ ਨੀਂਦ ਵਿਆਪਦੀ ਮੁੜ ਕੇ, ਨਾ ਮਾਇਆ ਦੀ ਭੁੱਖ ਰਹਿ ਜਾਂਦੀ ਹੈ। ਉੱਥੇ ਸਿਰਫ ਰੱਬੀ ਯਾਦ ਵਿੱਚ ਜੁੜਿਆ ਜੀਵ ਨਾਮ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਹਰ ਵਕਤ ਸੁੱਖਾਂ ਵਿੱਚ ਉਹ ਫਿਰ ਵਸਦਾ ਹੈ। ਨਾਨਕ ਦੁਖ ਸੁਖ ਵਿਆਪਤ ਨਹੀਂ, ਜਿਥੈ ਆਤਮ ਰਾਮ ਪ੍ਰਗਾਸ। ਜਿੱਥੇ ਰੱਬ ਦੇ ਨਾਮ ਦਾ ਚਾਨਣ ਹੋ ਜਾਏ, ਆਤਮ ਰਾਮ ਦਾ ਜਿੱਥੇ ਪ੍ਰਗਾਸ ਹੋ ਜਾਏ, ਨਾਨਕ ਦੁੱਖ ਸੁਖ ਵਿਆਪਤ ਨਹੀਂ। हे ਨਾਨਕ, ਉਸ ਜਗ੍ਹਾ ਦੇ ਉੱਤੇ ਦੁੱਖ ਔਰ ਸੁਖ ਜਿਹੜੇ ਉਹ ਨਹੀਂ ਵਿਆਪਦੇ। ਜਿਵੇਂ ਸੂਰਜ ਚੜੇ ਉੱਤੇ ਦੀਵਾ ਬਲਦਾ ਹੋਵੇ ਤੇ ਭਾਵੇਂ ਦੀਵਾ ਬੁੱਝ ਜਾਏ, ਕੋਈ ਫਰਕ ਨਹੀਂ। ਦੀਵਾ ਜਲਣ ਔਰ ਬੁੱਝਣ ਉੱਤੇ ਫਰਕ ਉਦੋਂ ਪੈਂਦਾ ਜਦੋਂ ਹਨੇਰਾ ਹੋਵੇ। ਲਾਈਟ ਔਨ ਤੇ ਆਫ ਹੋਣ ਦਾ ਫਰਕ ਉਦੋਂ ਪੈਂਦਾ ਜਦੋਂ ਹਨੇਰਾ ਹੋਵੇ। ਜਦੋਂ ਚਾਨਣ ਹੋਵੇ ਉਦੋਂ ਲਾਈਟ ਆਫ ਹੋਵੇ ਤੇ ਭਾਵੇਂ ਹੋਵੇ ਔਨ, ਕੋਈ ਚਿੰਤਾ ਨਹੀਂ। ਉਦੋਂ ਤੇ ਆਪ ਅਸੀਂ ਉੱਠ ਉੱਠ ਕੇ ਬੰਦ ਕਰੀਦੀ ਵੀ ਬੰਦ ਕਰ ਦਿਓ, ਇੰਨਾ ਤੇ ਚਾਨਣ ਹੈ। ਹੁਣ ਉਹ ਮੈਂ ਲਫ਼ਜ਼ ਤਾਂ ਵਰਤ ਰਿਹਾ, ਲਾਈਟ ਦਾ ਪ੍ਰਤੀਕ ਇੱਥੇ ਮੈਂ ਦੁੱਖ ਔਰ ਸੁੱਖ ਤੋਂ ਲੈਣ ਲੱਗਿਆ। ਅਸੀਂ ਦੁਖੀ ਉਦੋਂ ਹੁੰਨੇ ਆ ਜਦੋਂ ਲਾਈਟ ਬੰਦ ਹੋਏ ਤੇ ਹਨੇਰਾ ਹੋਵੇ। ਹਨੇਰਾ ਹੋਵੇ, ਲਾਈਟ ਜਗ ਪਏ, ਅਸੀਂ ਪ੍ਰਸੰਨ ਹੋ ਜਾਂਦੇ ਆ, ਸਾਨੂੰ ਸੁੱਖ ਮਿਲਦਾ ਵੀ ਲਾਈਟ ਜਗ ਪਈ, ਰੌਸ਼ਨੀ ਹੋ ਗਈ, ਸਾਨੂੰ ਦਿਸ ਰਿਹਾ। ਜਿਸ ਵਕਤ ਅਕਾਲ ਪੁਰਖ ਪਰਮੇਸ਼ਵਰ ਦਾ ਅੰਦਰ ਚਾਨਣ ਹੋ ਜਾਂਦਾ ਹੈ, ਉਦੋਂ ਫਿਰ ਆ ਸੰਸਾਰਕ ਰੌਸ਼ਨੀ ਆਵੇ ਤੇ ਭਾਵੇਂ ਜਾਵੇ। ਸੰਸਾਰਕ ਰੌਸ਼ਨੀ ਤੋਂ ਭਾਵ ਸੰਸਾਰਕ ਦੁੱਖ ਆਉਣ ਤੇ ਭਾਵੇਂ ਸੁੱਖ ਆਉਣ, ਇਸ ਗੱਲ ਦੀ ਪਰਵਾਹ ਹੀ ਮੁੱਕ ਜਾਂਦੀ ਹੈ, ਕਿਉਂਕਿ ਅੰਦਰ ਰੱਬ ਦੇ ਨਾਮ ਦਾ ਚਾਨਣ ਹੀ ਇੰਨਾ ਕੁ ਹੈ। ਉਹ ਚਾਨਣ ਦੇ ਸਾਹਮਣੇ, ਉਸ ਸੂਰਜ ਦੇ ਸਾਹਮਣੇ ਆ ਦੁਨੀਆ ਦੇ ਦੁੱਖ ਤੇ ਸੁੱਖ ਫਿੱਕੇ ਪੈ ਜਾਂਦੇ। ਭਾਵੇਂ ਦੁੱਖ ਆ ਜਾਏ, ਮਤਲਬ ਲਾਈਟ ਬੰਦ ਹੋ ਜਾਏ, ਅੰਦਰ ਸੂਰਜ ਚੜਿਆ, ਫਰਕ ਕੋਈ ਨਹੀਂ। ਤੇ ਭਾਵੇਂ ਲਾਈਟ ਜਗਦੀ ਰਹੇ, ਅੰਦਰ ਸੂਰਜ ਚੜਿਆ ਤੇ ਤਾਂ ਵੀ ਫਰਕ ਕੋਈ ਨਹੀਂ। ਦੁੱਖ ਆਵੇ ਸੁੱਖ ਆਵੇ, ਚਿੰਤਾਵਾਂ ਹੀ ਮੁੱਕ ਜਾਂਦੀਆਂ, ਕਿਉਂਕਿ ਅੰਤਰ ਰਾਮ ਪ੍ਰਗਾਸ, ਅੰਦਰ ਰੱਬ ਨੇ ਬੜਾ ਵੱਡਾ ਚਾਨਣ ਕਰਤਾ। ਜਿੱਥੇ ਜਿਸ ਸ਼ਖਸ ਨੂੰ ਰੱਬ ਦੇ ਨਾਮ ਵਿੱਚੋਂ ਆਨੰਦ ਆਉਣ ਲੱਗ ਜਾਂਦਾ ਹੈ ਨਾ, ਉਹਨੂੰ ਸੰਸਾਰਕ ਵਸਤੂਆਂ ਦੇ ਦੁੱਖ ਸੁੱਖ ਫਿਰ ਪਾਉਂਦੇ ਨਹੀਂ, ਉਹਨੂੰ ਕੋਈ ਪਰਵਾਹ ਨਹੀਂ ਰਹਿ ਜਾਂਦੀ, ਕਿਉਂਕਿ ਉਹਦੇ ਲਈ ਆਨੰਦ ਉੱਥੇ ਹੀ ਹੈ ਜਿੱਥੇ ਰੱਬੀ ਯਾਦ ਤੇ ਚਿੰਤਨ ਹੈ। ਉਹ ਰੱਬੀ ਚਿੰਤਨ ਵਿੱਚ ਜੁੜਿਆ ਤੇ ਆਰੇ ਥੱਲੇ ਖੜੋਤਾ ਵੀ ਆਨੰਦ ਮਾਣੀ ਜਾ ਰਿਹਾ। ਆਰੇ ਥੱਲੇ ਖੜੋਤਾ ਵੀ ਪ੍ਰਸੰਨਤਾ ਵਿੱਚ, ਚਿਹਰੇ ਉੱਤੇ ਮੁਸਕਰਾਹਟ ਹੈ, ਚਿਹਰੇ ਉੱਤੇ ਇੰਨੀ ਪ੍ਰਸੰਨਤਾ, ਆਰੇ ਨਾਲ ਚੀਰਨ ਵਾਲੇ ਵੀ ਵੇਖ ਕੇ ਹੈਰਾਨ ਹੋ ਗਏ ਵੀ ਇਹਨੂੰ ਪ੍ਰਸੰਨਤਾ ਹੈ ਕਿਹੜੀ ਗੱਲ ਦੀ। ਕਿਉਂਕਿ ਆਨੰਦ ਉਹ ਹੈ ਜਿਹਨੂੰ ਹੁਣ ਕੋਈ ਮਿਟਾ ਨਹੀਂ ਸਕਦਾ। ਅੰਦਰ ਪ੍ਰਗਾਸ ਹੈ, ਜਿਹਨੂੰ ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਆਖ ਰਹੇ ਕਿ ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਹੁਣ ਜਿੱਥੇ ਆਤਮ ਰਾਮ ਦਾ ਪ੍ਰਗਾਸ ਹੈ, ਉੱਥੇ ਆਰਾ ਕੀ ਵਿਗਾੜ ਲਏ। ਜਿੱਥੇ ਆਤਮ ਰਾਮ ਦਾ ਪ੍ਰਗਾਸ ਹੈ, ਉੱਥੇ ਅੱਗ ਕੀ ਵਿਗਾੜ ਲਏਗੀ। ਜਿੱਥੇ ਆਤਮ ਰਾਮ ਦਾ ਪ੍ਰਗਾਸ ਹੈ, ਉੱਥੇ ਉਬਲਦੀ ਦੇਗ ਕੀ ਵਿਗਾੜ ਲਏਗੀ। ਜਿਸ ਜਗ੍ਹਾ ਉੱਤੇ ਆਤਮ ਰਾਮ ਦਾ ਪ੍ਰਗਾਸ ਹੈ, ਉੱਥੇ ਰੰਬੀ ਵਿਗਾੜ ਕੀ ਸਕਦੀ ਹੈ।
ਜਿਸ ਜਗ੍ਹਾ ਉੱਤੇ ਆਤਮ ਰਾਮ ਦਾ ਪ੍ਰਗਾਸ਼ ਹੈ ਉੱਥੇ ਟੋਕਾ ਵੀ ਕੁਛ ਨਹੀਂ ਵਿਗਾੜ ਸਕਦਾ, ਭਾਵੇਂ ਬੰਦ-ਬੰਦ ਕੱਟ ਹੀ ਕਿਉਂ ਨਾ ਦਵੇ। ਚਿਹਰਿਆਂ ਦੀਆਂ ਮੁਸਕਰਾਹਟ ਤਾਂ ਨਹੀਂ ਨਾ ਖੋ ਸਕੇ, ਸਿਰਫ ਸਰੀਰ ਹੀ ਖਤਮ ਕਰ ਸਕੇ ਨਾ। ਔਰ ਉਹ ਜਿਹੜੀਆਂ ਮੁਸਕਰਾਹਟਾਂ ਸੀ ਨਾ, ਚਿਹਰਿਆਂ ਦੀ ਪ੍ਰਸੰਨਤਾ ਸੀ, ਉਹ ਪ੍ਰਸੰਨਤਾ ਉਹਨਾਂ ਨੂੰ ਨੀਂਦ ਨਹੀਂ ਸੀ ਆਉਣ ਦਿੰਦੀ ਵੀ ਅਸੀਂ ਮਾਰੀ ਜਾਂਦੇ ਆ ਫਿਰ ਵੀ ਹੱਸੀ ਜਾਂਦੇ ਨੇ। ਉਸ ਪ੍ਰਸੰਨਤਾ ਨੇ ਹੀ ਉਹਨਾਂ ਦਾ ਜਿਉਣਾ ਤਰਕਾਰਯੋਗ ਕਰਤਾ ਸੀ, ਉਹਨਾਂ ਦੀਆਂ ਨੀਂਦਾਂ ਉਡਾਤੀਆਂ, ਕਿਉਂਕਿ ਅੰਦਰ ਰਾਮ ਦਾ ਪ੍ਰਗਾਸ਼ ਹੈ, ਚਾਨਣ ਹੈ, ਤੇ ਉਹ ਨਾਮ ਧਨ ਨੂੰ ਇਕੱਠੇ ਕਰਨ ਵਾਲੇ ਵਪਾਰੀ ਨੇ ਸਾਰੇ ਦੇ ਸਾਰੇ। ਖੈਰ ਮਾਲਕ ਪਾਤਸ਼ਾਹ ਕਿਤੇ ਰਹਿਮਤ ਕਰਨ, ਸਾਡੇ ਵੀ ਸਿਰਾਂ ਉੱਤੇ ਆਪਣਾ ਬਖਸ਼ਿਸ਼ ਭਰਿਆ ਰਹਿਮਤ ਭਰਿਆ ਹੱਥ ਰੱਖਣ, ਕਿਤੇ ਅਸੀਂ ਵੀ ਇਸ ਸੰਸਾਰ ਤੇ ਆਏ ਤੇ ਵਪਾਰੀ ਬਣ ਕੇ ਆ, ਕਿਤੇ ਰੱਬ ਦੇ ਨਾਮ ਦੇ ਧਨ ਦਾ ਵਪਾਰ ਕਰਨ ਦੀ ਸਾਨੂੰ ਵੀ ਜਾਚ ਆ ਜਾਏ, ਅਸੀਂ ਵੀ ਉਸ ਧਨ ਨੂੰ ਖਾਣਾ ਖਰਚਣਾ ਸ਼ੁਰੂ ਕਰ ਲਈਏ, ਖਾਣ ਅਤੇ ਖਰਚਣ ਦੀ ਜਾਚ ਆ ਜਾਏ ਤੇ ਧਨ ਜੋੜਨ ਦੀ, ਰੱਬੀ ਨਾਮ ਧਨ ਜੋੜਨ ਦੀ ਜਾਚ ਆ ਜਾਏ, ਤਾਂ ਜੋ ਆਪਣੇ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਈਏ। ਆਓ ਸਤਿਗੁਰੂ ਅੱਗੇ ਹੱਥ ਜੋੜ ਕੇ ਪੱਲਾ ਅੱਡ ਕੇ ਮੰਗਦੇ ਚੱਲੀਏ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੀ ਝੋਲੀ ਵਿੱਚ ਆਪਣੇ ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਪਾਉਣ ਤੇ ਸਭਨਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰ ਲੈਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਅੱਜ ਦੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਤਿਥੈ ਊਂਗ ਨਾ ਭੁਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਨਾਨਕ ਦੁਖ ਸੁਖ ਵਿਆਪਤ ਨਹੀਂ, ਜਿਥੈ ਆਤਮ ਰਾਮ ਪ੍ਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।